सत श्री अकाल, स्वागत है। गौरव शुक्ला मैं हां तुहाडे नाल हाज़र हां खबरां दा प्राइम टाइम लैके। कोरोना एक बार मुड़ तो पैर पसार रहा है, चिंता वधा रही है ते इस विचाले सरकार सख्ती वधा रही है। पंजाब दे विच भी सख्ती नूं होर वधा दिता गया है। नाइट कर्फ्यू तो लैके ऐतवार वाले दिन च लॉकडाउन का जिक्र सरकार ने कर दिता है, पर दूजे पासे देश भर दे विचों अजिहियां तस्वीरां सामने आ रहीआं ने जो चिंता नूं वधाउंदियां ने। उन्हां दे विच चाहे शमशान घाट दीआं तस्वीरां होण या हस्पतालां दे विच तस्वीरां कि जिस तरीके नाल लोकां नूं इस समय बैड तक नहीं मिल रहे। तो सवाल यह है कि पंजाब दे विच 5000 के करीब रोजाना नवे केस हुण सामने आ रहे ने ते पंजाब दे विच आउण वाले दिनां 'च जे केस वधे तां फिर साडे कोल इंतजाम की ने। अज असीं यही कोशिश करांगे कि पंजाब दे वड्डे हस्पतालां दा तुहानूं हाल दिखा सकीए, प्राइम टाइम दे विच तुहाडे तक पहुंचा सकीए कि जेकर पंजाब दे विच भी स्थिति आउट ऑफ कंट्रोल हुंदी है कोरोना दे मामलिਆਂ दी तां फिर पंजाब दे विच सरकार दे सेहत विभाग दे हस्पतालां दे इंतजाम की ने। इस करके भी जानना जरूरी है क्योंकि हर किसी दे जहन च आउंदा होएगा कि जेकर रब ना करे अजिहा होवे कि जेकर हुंदा दिल्ली वर्गा हाल या फिर गुजरात या महाराष्ट्र वर्गा पंजाब दे विच हाल तां साडे कोल इंतजाम की ने, साडीआं सरकारां की कर रहीआं ने। देखो दिल्ली च 6 दिन का लॉकडाउन लगाउणा पिया ते नाल ही सरकार ये भी खुद केजरीवाल कहते नजर आए ने कि साडे कोल दवाइयां दी घाट है, साडे कोल जिहड़े वेंटीलेटर्स ने, आईसीयू बैड्स ने वो खत्म होण दे कंढे ने, ऑलमोस्ट खत्म हो चुके ने। ये बहुत वड्डी स्टेटमेंट है किसी सीएम दे वल्लों। ये पंजाब च हालात ना होण तां की सरकार कर रही है या हस्पतालां च इस समय दे किहो जिहे हालात ने, ਅਸੀਂ ਤੁਹਾਨੂੰ ਪ੍ਰਾਈਮ ਟਾਈਮ ਦੇ ਜ਼ਰੀਏ ਅੱਜ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਸ ਤਰੀਕੇ ਨਾਲ ਸਖਤੀ ਵਧੀ ਹੈ ਤੇ ਜਿਸ ਤਰੀਕੇ ਨਾਲ ਕੇਸਿਸ ਵਧ ਰਹੇ ਨੇ ਇਸ ਨੂੰ ਲਾਕਡਾਊਨ ਦੀ ਦਸਤਕ ਕਿਹਾ ਜਾ ਰਿਹਾ ਹੈ। ਅਸੀਂ ਤੁਹਾਨੂੰ ਪੰਜਾਬ ਦੇ ਵੱਡੇ ਹਸਪਤਾਲਾਂ ਦਾ ਹਾਲ ਦਿਖਾਈਏ ਤੇ ਨਾਲ ਹੀ ਜਿਹੜੇ ਵੱਡੇ ਡਾਕਟਰ ਸਾਡੇ ਨਾਲ ਜੁੜਨਗੇ ਉਹਨਾਂ ਤੋਂ ਆਪਾਂ ਸਵਾਲ ਜਵਾਬ ਕਰੀਏ ਕੋਰੋਨਾ ਨੂੰ ਲੈ ਕੇ ਜਾਂ ਜਿਹੜੀਆਂ ਨਵੀਆਂ ਸਖਤੀਆਂ ਨੇ ਡਾਕਟਰ ਇਸ ਦੇ ਬਾਰੇ ਕੀ ਸੋਚਦੇ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਪੰਜਾਬ 'ਚ ਨਵੀਆਂ ਪਾਬੰਦੀਆਂ ਕਿਹੜੀਆਂ ਲਗਾਈਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ 30 ਅਪ੍ਰੈਲ ਤੱਕ ਜਿਹੜੇ ਆਦੇਸ਼ ਦਿੱਤੇ ਗਏ ਨੇ ਕੋਵਿਡ ਰਿਵਿਊ ਮੀਟਿੰਗ ਤੋਂ ਬਾਅਦ ਹਰ ਐਤਵਾਰ 30 ਤਰੀਕ ਤੋਂ ਪਹਿਲਾਂ ਜਿੰਨੇ ਵੀ ਐਤਵਾਰ ਆਣੇ ਨੇ, ਇਨਫੈਕਟ ਲੱਗ ਰਿਹਾ ਕਿ ਇੱਕੋ ਐਤਵਾਰ ਆਏਗਾ, ਐਤਵਾਰ ਨੂੰ ਸਾਰੇ ਮਾਲ ਬਾਜ਼ਾਰ ਬੰਦ ਰਹਿਣਗੇ। बुधवार ਨੂੰ ਮੋਹਾਲੀ ਦੇ ਵਿੱਚ ਲਾਕਡਾਊਨ ਰਹੇਗਾ। ਦੂਜੇ ਪਾਸੇ ਐਤਵਾਰ ਦਾ ਅਸੀਂ ਦਿਨ ਦੀ ਗੱਲ ਕਰੀਏ ਤਾਂ ਸਾਰੇ ਹਫਤਾਵਾਰੀ ਬਾਜ਼ਾਰ ਬੰਦ ਰੱਖੇ ਜਾਣ ਦਾ ਆਦੇਸ਼ ਦਿੱਤਾ ਗਿਆ। ਨਾਈਟ ਕਰਫਿਊ 'ਚ ਇਜ਼ਾਫਾ ਕੀਤਾ ਗਿਆ। ਹੁਣ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਸਿਨੇਮਾ ਹਾਲ, ਬਾਰ, ਜਿਮ, ਕੋਚਿੰਗ ਸੈਂਟਰ ਇਹ 30 ਅਪ੍ਰੈਲ ਤੱਕ ਬੰਦ ਕਰ ਦਿੱਤੇ ਗਏ ਨੇ। ਵਿਦਿਅਕ ਅਦਾਰੇ ਆਲਰੇਡੀ ਪਹਿਲਾਂ ਹੀ ਬੰਦ ਨੇ। ਇਸ ਦੇ ਨਾਲ ਹੀ ਰੈਸਟੋਰੈਂਟਾਂ ਦੇ ਉੱਤੇ ਵੀ ਆਦੇਸ਼ ਦਿੱਤੇ ਗਏ ਨੇ। ਹੁਣ ਤੁਸੀਂ ਬਾਹਰ ਜਾ ਕੇ ਪੰਜਾਬ ਦੇ ਵਿੱਚ ਕਿਸੇ ਵੀ ਰੈਸਟੋਰੈਂਟ 'ਚ ਖਾਣਾ ਨਹੀਂ ਖਾ ਸਕੋਗੇ, ਮਤਲਬ ਉੱਥੇ ਸਿਟਿੰਗ ਅਰੇਂਜਮੈਂਟ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਸਿਰਫ ਟੇਕ ਅਵੇ ਜਾਂ ਫਿਰ ਹੋਮ ਡਿਲੀਵਰੀ ਹੀ ਅਵੇਲੇਬਲ ਹੋਵੇਗੀ। ਇਹ ਰੈਸਟੋਰੈਂਟ ਖੁੱਲਣਗੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਐਤਵਾਰ ਨੂੰ ਤਾਂ ਸਾਰੇ ਬੰਦ ਰਹਿਣਗੇ। ਪਰ ਇਹ 6 ਦਿਨ ਵੀ ਹਫਤੇ ਦੇ ਇਹਨਾਂ ਦੇ ਵਿੱਚ ਵੀ ਸਿਰਫ ਟੇਕ ਅਵੇ ਯਾਨੀ ਕਿ ਤੁਸੀਂ ਜਾ ਕੇ ਰੈਸਟੋਰੈਂਟ ਦੇ ਵਿੱਚੋਂ ਸਮਾਨ ਖਾਣਾ ਖਰੀਦੋ ਤੇ ਆਪਣੇ ਘਰ ਜਾ ਕੇ ਖਾਓ ਜਾਂ ਆਪਣੀ ਕਾਰ ਦੇ ਵਿੱਚ ਬੈਠ ਕੇ ਖਾਓ, ਪਰ ਤੁਸੀਂ ਰੈਸਟੋਰੈਂਟ ਦੇ ਅੰਦਰ ਬੈਠ ਕੇ ਨਹੀਂ ਖਾ ਸਕਦੇ। ਸਿਨੇਮਾ ਹਾਲ ਤਾਂ ਮੁਕੰਮਲ ਤੌਰ ਤੇ ਬੰਦ ਨੇ ਤੇ ਹੋਮ ਡਿਲੀਵਰੀ ਵੀ ਕਰਵਾਈ ਜਾ ਸਕਦੀ ਹੈ। ਹੋਮ ਡਿਲੀਵਰੀ ਅਵੇਲੇਬਲ ਰਹੇਗੀ। ਵਿਆਹ ਸਮਾਗਮਾਂ ਦੇ ਲਈ ਬਹੁਤ ਅਹਿਮ ਖਬਰ ਹੈ। ਵਿਆਹ ਸਮਾਗਮਾਂ ਦੇ ਉੱਤੇ ਵੀ ਇੱਕ ਤਰੀਕੇ ਨਾਲ ਪਾਬੰਦੀ ਲਗਾਈ ਗਈ ਹੈ। 20 ਲੋਕਾਂ ਦੀ ਜੋ ਛੋਟ ਸੀ ਕਿ ਤੁਸੀਂ 20 ਲੋਕਾਂ ਦੇ ਨਾਲ ਆਪਣੇ ਘਰ ਦੇ ਵਿੱਚ ਕੋਈ ਅਰੇਂਜਮੈਂਟ ਕਰਨਾ ਚਾਹੁੰਦੇ ਹੋ, ਕਿਤੇ ਵੀ ਅਰੇਂਜਮੈਂਟ ਕਰਨਾ ਚਾਹੁੰਦੇ ਹੋ, ਵਿਆਹ ਦਾ ਕਰ ਲਵੋ, ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਜੇਕਰ 10 ਲੋਕਾਂ ਤੋਂ ਵੱਧ ਦਾ ਕੋਈ ਇਕੱਠ ਹੈ, ਯਾਨੀ ਕਿ ਜੇਕਰ ਤੁਸੀਂ ਕੋਈ ਵਿਆਹ ਸਮਾਗਮ ਕਰ ਰਹੇ ਹੋ ਉਸ ਦੇ ਵਿੱਚ 11 ਬੰਦੇ ਸ਼ਾਮਿਲ ਹੋ ਰਹੇ ਨੇ ਟੋਟਲ, ਤਾਂ ਫਿਰ ਤੁਹਾਨੂੰ ਡੀਸੀ ਤੋਂ ਪਰਮਿਸ਼ਨ ਲੈਣੀ ਹੋਵੇਗੀ। ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ਦੇ ਉੱਤੇ ਰੈਪਿਡ ਟੈਸਟ ਬੂਥ ਲੱਗਣਗੇ। ਇਹ ਪੰਜਾਬ ਦਾ ਮੈਂ ਤੁਹਾਨੂੰ ਜ਼ਿਕਰ ਦੱਸ ਰਿਹਾ। ਇਹ ਕੱਲ ਪਰਸੋਂ ਤੋਂ ਤੁਹਾਨੂੰ ਬੱਸ ਸਟੈਂਡ ਦੇ ਉੱਤੇ ਬੂਥ ਲੱਗਿਆ ਨਜ਼ਰ ਆ ਜਾਏਗਾ ਕਿ ਤੁਸੀਂ ਬੱਸ ਦੇ ਵਿੱਚ ਸਫ਼ਰ ਕਰਨਾ ਹੈ, ਪਰ ਉੱਥੇ ਪਹਿਲਾਂ ਤੁਹਾਡਾ ਟੈਸਟ ਕਰ ਲਿਆ ਜਾਵੇ। ਪੰਜਾਬ ਆਉਣ ਵਾਲੇ ਹਵਾਈ ਯਾਤਰੀਆਂ ਦੇ ਲਈ ਯਾਨੀ ਕਿ ਬਾਈ 에ਅਰ ਜੋ ਪੰਜਾਬ ਦੇ ਵਿੱਚ ਲੈਂਡ ਕਰਦੇ ਨੇ ਪੰਜਾਬ ਦੇ 에ਅਰਪੋਰਟ ਦੇ ਉੱਤੇ, ਉਹਨਾਂ ਦੇ ਲਈ RT-PCR ਜ਼ਰੂਰੀ ਹੋਏਗਾ। ਧਾਰਮਿਕ, ਸਿਆਸੀ, ਸਮਾਜਿਕ ਸਮਾਗਮਾਂ ਦੇ ਵਿੱਚੋਂ ਆਉਣ ਵਾਲਿਆਂ ਲੋਕਾਂ ਦੇ ਲਈ 5 ਦਿਨ ਦਾ ਹੋਮ ਕੁਆਰੰਟਾਈਨ ਜ਼ਰੂਰੀ ਹੋਏਗਾ। ਯਾਨੀ ਕਿ ਜੇਕਰ ਤੁਸੀਂ ਕੋਈ ਧਾਰਮਿਕ ਸਮਾਗਮ ਦੇ ਵਿੱਚ ਗਏ ਸੀ, ਹਾਲਾਂਕਿ ਸਮਾਗਮ ਤਾਂ ਹੋ ਹੀ ਨਹੀਂ ਸਕਦੇ, ਪਰ ਜੇਕਰ ਤੁਸੀਂ ਕਿਸੇ ਸਮਾਗਮ 'ਚ ਗਏ ਹੋ ਤੇ ਉੱਥੋਂ ਤੁਸੀਂ ਵਾਪਸ ਆ ਰਹੇ ਹੋ ਤਾਂ 5 ਦਿਨ ਦੇ ਲਈ ਤੁਹਾਨੂੰ ਆਪਣੇ ਘਰ ਦੇ ਅੰਦਰ ਰਹਿਣਾ ਹੋਵੇਗਾ।
ਤਾਂ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਉੱਠ ਰਹੇ ਹੋਣਗੇ, ਕਿਉਂਕਿ ਕਰੋਨਾ ਨੂੰ ਲੈ ਕੇ ਪਿਛਲੇ 3-4 ਮਹੀਨੇ ਦੇ ਵਿੱਚ ਜਿਸ ਤਰੀਕੇ ਦੀ ਲੋਕਾਂ ਦੀ ਧਾਰਨਾ ਬਣੀ, ਉਸ ਦੇ ਵਿੱਚ ਇਹ ਸਾਫ਼ ਸੀ ਕਿ ਨਹੀਂ ਜੀ, ਕਰੋਨਾ ਤਾਂ ਕੋਈ ਚੀਜ਼ ਹੈ ਹੀ ਨਹੀਂ, ਲਾਕਡਾਊਨ ਦੀ ਕੋਈ ਪਹਿਲਾਂ ਜ਼ਰੂਰਤ ਸੀ ਹੀ ਨਹੀਂ। ਇਸ ਤਰੀਕੇ ਦੀਆਂ ਗੱਲਾਂ ਤੁਸੀਂ ਖੁਦ ਕੀਤੀਆਂ ਹੋਣਗੀਆਂ ਜਾਂ ਫਿਰ ਤੁਹਾਡੇ ਜਿਹੜੇ ਦੋਸਤ ਮਿੱਤਰ ਜਾਂ ਪਰਿਵਾਰਕ ਮੈਂਬਰ ਕਰਦੇ ਨਜ਼ਰ ਆਏ ਹੋਣਗੇ। ਕੁਝ ਲੋਕਾਂ ਨੂੰ ਕਰੋਨਾ ਹੋ ਗਿਆ, ਜ਼ਿਆਦਾ ਉਸਨੇ ਪ੍ਰਭਾਵ ਨਹੀਂ ਕੀਤਾ ਤੇ ਇਸ ਕਰਕੇ ਲੋਕਾਂ ਨੂੰ ਲੱਗਿਆ ਕਿ ਨਹੀਂ ਇਹ ਕਰੋਨਾ ਕੁਝ ਨਹੀਂ, ਆਮ ਬੁਖਾਰ ਦੀ ਤਰ੍ਹਾਂ ਹੀ ਹੈ। ਤਾਂ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਵਾਰ ਫਿਰ ਕਿਉਂ ਕਰੋਨਾ ਨੂੰ ਲੈ ਕੇ ਅਸੀਂ ਇੰਨਾ ਚਿੰਤਾ ਕਰ ਰਹੇ ਹਾਂ। ਸਰਕਾਰਾਂ ਇੱਕ ਤਰੀਕੇ ਨਾਲ ਘਬਰਾਉਂਦੀਆਂ ਨਜ਼ਰ ਆ ਰਹੀਆਂ ਨੇ ਤੇ ਸਵਾਲ ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਹੈ ਕਿ ਦਿਨ ਦੇ ਵਿੱਚ ਤੁਸੀਂ ਖੋਲ ਦਿੱਤਾ ਸਾਰਾ ਕੁਝ, ਰਾਤ ਨੂੰ ਤੁਸੀਂ ਬੰਦ ਕਰ ਰਹੇ ਹੋ, ਇਸ ਦੇ ਨਾਲ ਕੀ ਫਾਇਦਾ ਹੋਏਗਾ। ਹਰ ਇੱਕ ਚੀਜ਼ ਦੇ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਹਿਮਾਨ ਸਾਡੇ ਨਾਲ ਜੁੜਨਗੇ ਤੇ ਜੋ ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਅਸੀਂ ਪੰਜਾਬ ਦੇ ਵੱਖ-ਵੱਖ ਜਿਹੜੇ ਹਸਪੀਟਲਸ ਨੇ, ਵੱਡੇ ਹਸਪਤਾਲ ਨੇ ਜਿਹੜੇ, ਉਹਨਾਂ ਦਾ ਵੀ ਤੁਹਾਨੂੰ ਹਾਲ ਦੱਸਣ ਦੀ ਕੋਸ਼ਿਸ਼ ਕਰਾਂਗੇ। ਹਸਪਤਾਲਾਂ ਦੇ ਨੇੜੇ ਤੋਂ ਉਸ ਦੇ ਬਾਹਰ ਤੋਂ ਸਾਡੇ ਸਹਿਯੋਗੀ ਵੱਖ-ਵੱਖ ਥਾਵਾਂ ਤੋਂ ਸਾਡੇ ਨਾਲ ਜੁੜਨਗੇ, ਤੁਹਾਡੇ ਸ਼ਹਿਰ ਦੇ ਵੱਡੇ ਹਸਪਤਾਲ ਦਾ ਹਾਲ ਦੱਸਣਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਡਾਕਟਰ ਵਿਕਰਮ ਬੇਦੀ ਜੁੜ ਰਹੇ ਨੇ ਜੋ ਕਿ ਮੋਹਾਲੀ ਤੋਂ ਸਾਡੇ ਨਾਲ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਡਾਕਟਰ ਰਹੇ ਨੇ ਜਲੰਧਰ ਤੋਂ ਸਾਡੇ ਨਾਲ ਜੁੜਨਗੇ, ਇਨਫੈਕਟ ਜੁੜ ਚੁੱਕੇ ਨੇ। ਜੌਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਡਾਕਟਰ ਸਾਹਿਬ ਸਵਾਗਤ ਹੈ। ਆਪਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਕੁਝ ਹੀ ਪਲਾਂ ਦੇ ਵਿੱਚ ਸਾਡੇ ਸਹਿਯੋਗੀ ਵੱਖ-ਵੱਖ ਥਾਵਾਂ ਤੋਂ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਜਾਣਗੇ। ਜੌਲ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਜੋ ਮੈਂ ਜ਼ਿਕਰ ਕੀਤਾ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਤਾਂ ਕਰੋਨਾ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਅਸੀਂ। ਨਾ ਤਾਂ ਸਰਕਾਰ ਪੁਲਿਸ ਨੇ ਸਖਤੀ ਕੀਤੀ ਤੇ ਨਾ ਹੀ ਲੋਕਾਂ ਨੇ ਕੋਈ ਪਰਵਾਹ ਕੀਤੀ। ਹਰ ਕੋਈ ਕਹਿ ਰਿਹਾ ਸੀ ਕਿ ਨਹੀਂ ਇਹ ਕੀ ਕਰੋਨਾ, ਇਹ ਕੁਝ ਨਹੀਂ ਹੁੰਦਾ, ਕਰੋਨਾ ਦੇ ਨਾਲ ਕੋਈ ਕਰੋਨਾ ਨਹੀਂ ਹੈ ਦੁਨੀਆ ਦੇ ਵਿੱਚ। ਸਭ ਤੋਂ ਪਹਿਲਾਂ ਇਸ ਸਮੇਂ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਤੁਸੀਂ ਜਲੰਧਰ ਤੋਂ ਸਾਡੇ ਨਾਲ ਜੁੜੇ ਹੋ। ਜਲੰਧਰ ਪੰਜਾਬ ਦੇ ਸਭ ਤੋਂ ਵੱਧ ਜਿਹੜੇ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਕਿਵੇਂ ਪੂਰੀ ਸਿਚੁਏਸ਼ਨ ਨੂੰ ਇਸ ਸਮੇਂ ਦੇਖ ਰਹੇ ਹੋ ਜੌਲ ਸਾਹਿਬ? ਦੇਖੋ, ਇਸ ਤਰ੍ਹਾਂ ਹੈ, ਜਦੋਂ ਪਿਛਲੇ ਸਾਲ ਬਹੁਤ ਵੱਡਾ ਸਰਜ ਆਇਆ ਸੀਗਾ, ਉਸ ਤੋਂ ਬਾਅਦ ਹੌਲੀ ਹੌਲੀ ਕੇਸ ਘਟ ਗਏ ਔਰ ਕੇਸ ਘਟਣ ਦੇ ਨਾਲ ਲਗਭਗ ਸਾਡੇ ਹਸਪਤਾਲ ਦੇ ਵਿੱਚ ਵੀ 1-2 ਪੇਸ਼ੈਂਟ ਰਹਿੰਦੇ ਸੀਗੇ, ਬਾਕੀ ਪੇਸ਼ੈਂਟ ਖਤਮ ਹੋ ਗਏ ਸੀਗੇ। ਪਰ ਉਸ ਵੇਲੇ ਲੋਕਾਂ ਨੂੰ ਇਹ ਲੱਗਣ ਲੱਗਿਆ ਸੀ ਕਿ ਕਰੋਨਾ ਦੀ ਦੂਜੀ ਵੇਵ ਆਉਣੀ ਨਹੀਂ ਹੈ, ਸੋ ਇਸ ਕਰਕੇ ਲੋਕਾਂ ਨੇ ਅਣਗਹਿਲੀ ਵਰਤੀ ਹੈ। ਸਰਕਾਰ ਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਸਰਕਾਰ ਆਪਣੇ ਫੈਸਲੇ ਆਪ ਕਰਦੀ ਹੈ। ਸੋ ਇਸ ਕਰਕੇ ਲੋਕ ਕਹਿੰਦੇ ਸੀਗੇ ਕਿ ਕਰੋਨਾ ਖਤਮ ਹੋ ਗਿਆ ਔਰ ਹਾਲੇ ਤੱਕ ਵੀ ਕਈ ਕਹਿੰਦੇ ਆ ਕਿ ਕਰੋਨਾ ਨਾਂ ਦੀ ਕੋਈ ਚੀਜ਼ ਹੈਗੀ ਹੈ। ਸੋ ਇਸ ਕਰਕੇ ਉਸ ਚੀਜ਼ ਨੇ ਸਾਨੂੰ ਮਾਰਿਆ ਔਰ ਇਸ ਵੇਲੇ ਹਾਲਾਤ ਇਹ ਆ ਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਸੀਰੀਅਸ ਹਾਲਤ ਦੇ ਵਿੱਚ ਹਸਪਤਾਲ ਆ ਰਹੇ ਆ। ਇੱਕ ਹੋਰ ਮੈਂ ਕੇਸ ਦੇਖੀ, ਜਿਹੜਾ ਪਿਛਲੇ ਵੇਲੇ ਅਰਬਨ ਪੇਸ਼ੈਂਟ ਸੀ, ਇਸ ਵੇਲੇ ਪੇਸ਼ੈਂਟ ਜਿਹੜਾ ਰੂਰਲ ਜ਼ਿਆਦਾ ਆ, ਕਿਉਂਕਿ ਰੂਰਲ ਵਾਲਾ ਪੇਸ਼ੈਂਟ ਜਿਹੜਾ ਮੋਰ ਸਟੱਡੀ ਆ ਔਰ ਆਉਂਦਾ ਵੀ ਹਸਪਤਾਲ ਲੇਟ ਆ। ਜੀ ਠੀਕ ਹੈ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ। ਤੁਸੀਂ ਬਹੁਤ ਅਹਿਮ ਪੁਆਇੰਟ ਕਿਹਾ, ਮੈਂ ਇਸ ਦੇ ਉੱਤੇ ਤਫਸੀਲ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗਾ। ਜਿਹੜਾ ਜ਼ਿਕਰ ਤੁਸੀਂ ਕੀਤਾ ਕਿ ਪਿਛਲੀ ਵਾਰੀ ਅਰਬਨ ਲੋਕ ਜ਼ਿਆਦਾ ਪ੍ਰਭਾਵਿਤ ਸੀ, ਇਸ ਵਾਰ ਜਿਹੜੇ ਕੇਸਿਸ ਆ ਰਹੇ ਨੇ ਉਹ ਰੂਰਲ ਨੇ, ਯਾਨੀ ਕਿ ਜਿਹੜੇ ਸਾਡੇ ਪਿੰਡ ਨੇ ਉੱਥੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਪਿਛਲੀ ਵਾਰੀ ਸ਼ਹਿਰਾਂ ਤੋਂ ਮਾਮਲੇ ਜ਼ਿਆਦਾ, ਜਿਹੜਾ ਅਰਬਨ ਇਲਾਕਾ ਸਾਡਾ ਪੰਜਾਬ ਦਾ, ਉੱਥੋਂ ਜ਼ਿਆਦਾ ਆ ਰਹੇ ਸੀ। ਤੇ ਸਾਡੇ ਨਾਲ ਡਾਕਟਰ ਵਿਕਰਮ ਬੇਦੀ ਨੇ। ਬੇਦੀ ਸਾਹਿਬ, ਮੈਂ ਤੁਹਾਡੇ ਕੋਲ ਆਉਣਾ। ਇਸ ਵਿਚਾਲੇ ਸਾਡੇ ਨਾਲ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ, ਉਹਨਾਂ ਦਾ ਰੁਖ ਕਰਦੇ ਹਾਂ। ਉਮੇਸ਼, ਪੀਜੀਆਈ ਦੇ ਹਾਲਾਤ ਸਾਨੂੰ ਸਮਝਾਓ। 2 ਚੀਜ਼ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਪੀਜੀਆਈ ਇੱਕ ਵੱਡਾ ਹਸਪਤਾਲ ਹੈ ਪੂਰੇ ਨਾਰਥ ਇੰਡੀਆ ਦਾ, ਕਿ ਜੇਕਰ ਪੰਜਾਬ ਦਾ ਕੋਈ ਪੇਸ਼ੈਂਟ ਕੋਵਿਡ ਜਿਸ ਨੂੰ ਹੋਇਆ, ਕਰੋਨਾ ਜਿਸ ਨੂੰ ਹੋਇਆ, ਕਿ ਪੀਜੀਆਈ ਦੇ ਬੂਹੇ ਉਸ ਦੇ ਲਈ ਖੁੱਲੇ ਨੇ ਜਾਂ ਕੋਈ ਪਾਬੰਦੀ ਹੈ? ਤੇ ਦੂਜੀ ਗੱਲ ਕਿ ਇੱਥੇ ਬੈੱਡ, ਆਈਸੀਯੂ, ਵੈਂਟੀਲੇਟਰ, ਕਿੰਨਾ ਕੁ ਵੱਡਾ ਇੰਤਜ਼ਾਮ ਹੈ ਪੀਜੀਆਈ ਦੇ ਵਿੱਚ? गौरव, मैं इस वेले पीजीआई ਦੇ ਅੰਦਰ ਹੀ ਮੌਜੂਦ ਹਾਂ ਤੇ ਉਸ ਹਸਪੀਟਲ ਦੇ ਅੰਦਰ ਮੌਜੂਦ ਹਾਂ ਜਿੱਥੇ ਕੋਵਿਡ ਪੇਸ਼ੈਂਟ ਨੇ। ਇਹਨੂੰ ਕਹਿੰਦੇ ਨੇ ਐਨਐਚਈ, ਯਾਨੀ ਕਿ ਨਹਿਰੂ ਹਸਪੀਟਲ ਐਕਸਟੈਂਸ਼ਨ। ਪਹਿਲੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਾਂ। ਇਹ ਸਾਰੀ ਬਿਲਡਿੰਗ ਤੁਸੀਂ ਦੇਖ ਰਹੇ ਹੋ, ਇਹ ਸਿਰਫ ਕੋਵਿਡ ਪੇਸ਼ੈਂਟ ਦੇ ਲਈ ਹੈ। ਤੇ ਪਿਛਲੇ ਸਾਲ ਅਸੀਂ ਇੱਥੋਂ ਸਟੋਰੀ ਵੀ ਕੀਤੀ ਸੀ, ਸਾਰਾ ਦਿਖਾਇਆ ਵੀ ਸੀਗਾ। ਤੇ ਗੱਲ ਵੀ ਕਰਾਂਗੇ ਕਿ ਕਿੰਨੇ ਬੈੱਡ ਨੇ। ਪੰਜਾਬ ਦੀ ਗੱਲ ਕਰੀਏ ਕਿ ਚਾਹੇ ਪੰਜਾਬ ਦਾ ਪੇਸ਼ੈਂਟ ਹੋਏ, ਆ ਸਕਦਾ ਨਹੀਂ ਆ ਸਕਦਾ। ਆਕਸੀਜਨ ਦੀ ਗੱਲ ਕਰਾਂਗੇ। ਸਾਡੇ ਨਾਲ ਕੋਵਿਡ ਕਮੇਟੀ ਹੈ ਜਿਹੜੀ ਪੀਜੀਆਈ, ਉਹਨਾਂ ਦੇ ਚੇਅਰਮੈਨ ਨੇ ਡਾਕਟਰ ਜੀਡੀ ਪੁਰੀ, ਇੱਥੇ ਸਾਡੇ ਨਾਲ ਮੌਜੂਦ ਨੇ, ਡੀਨ ਨੇ ਪੀਜੀਆਈ ਦੇ। ਔਰ 1 ਸਾਲ ਤੋਂ ਇਹਨਾਂ ਦਾ ਘਰ ਇਹੀ ਹਸਪੀਟਲ ਹੈ। ਜੇ ਮੈਂ ਕਹਾਂ ਇੱਕ ਘਰ ਤਾਂ ਜਿਹੜਾ ਹੁੰਦਾ, ਲੇਕਿਨ 1 ਸਾਲ ਤੋਂ ਇਹਨਾਂ ਦਾ ਘਰ ਤੇ ਨਹੀਂ, ਪੂਰੀ ਟੀਮ ਦਾ, ਚਾਹੇ ਉਹ ਹੈਲਥ ਵਰਕਰ ਹੋਣ, ਇਹੀ ਘਰ ਹੈ। ਪ੍ਰੋਫੈਸਰ ਜੀਡੀ ਪੁਰੀ ਕੋਵਿਡ ਕਮੇਟੀ ਪੀਜੀਆਈ ਦੇ ਚੇਅਰਮੈਨ ਨੇ, ਡੀਨ ਨੇ। ਸਰ, ਪਹਿਲਾ ਸਵਾਲ ਇਹੀ ਹੈ
ਕਿ ਪੰਜਾਬ ਦੇ ਪੇਸ਼ੈਂਟ ਨੂੰ ਲੈ ਕੇ ਇੱਕ ਬੜੀ ਹੈ ਕਿ ਕਿਆ ਪੰਜਾਬ ਦੇ ਪੇਸ਼ੈਂਟ ਦੇ ਬੂਹੇ ਖੁੱਲੇ ਨੇ ਤੇ ਕਿੰਨੇ ਬੈੱਡ ਦੀ ਸਥਿਤੀ ਹੈ, ਆਕਸੀਜਨ ਦੀ ਕੀ ਹੈ, ਪੀਜੀਆਈ ਵਿੱਚ ਇੰਤਜ਼ਾਮ ਕਿੱਦਾਂ ਦੇ ਨੇ, ਖਾਸ ਕਰ ਇਸ ਹਸਪੀਟਲ ਦੀ ਆਪਾਂ ਗੱਲ ਕਰੀਏ ਕਿਉਂਕਿ ਇਹ ਕੋਵਿਡ ਹਸਪੀਟਲ ਹੈ। ਪੰਜਾਬ ਦੇ ਮਰੀਜ਼ ਇੱਥੇ ਆਉਂਦੇ ਨੇ। ਇਸ ਬਿਲਡਿੰਗ 'ਚੋਂ ਇਸ ਟਾਈਮ 210 ਦੇ ਕਰੀਬ ਮਰੀਜ਼ हैं, ਉਹਨਾਂ 'ਚੋਂ 50% ਤੋਂ ਜ਼ਿਆਦਾ ਪੰਜਾਬ ਦੇ हैं, 30% ਚੰਡੀਗੜ੍ਹ ਦੇ हैं, ਬਾਕੀ ਹਰਿਆਣਾ, ਉੱਤਰਾਖੰਡ, ਕਸ਼ਮੀਰ, ਹਿਮਾਚਲ ਪ੍ਰਦੇਸ਼ ਦੂਰੋਂ ਦੂਰੋਂ ਵੀ ਆਏ ਦੇ ਹੈਗੇ। ਐਜ਼ ਫਾਰ ਐਜ਼ ਟੋਟਲ ਕਪੈਸਿਟੀ ਦਾ ਕੰਸਰਨ ਹੈ, ਇੱਥੇ ਅਸੀਂ ਮੈਕਸਿਮਮ 300 ਬੈੱਡ 300 ਮਰੀਜ਼ ਰੱਖ ਸਕਦੇ ਹਾਂ, ਪਰ ਉਹ 300 ਦੇ ਵਿੱਚੋਂ ਜਿਹੜੇ 100 ਕੁ ਬੈੱਡਸ ਐਸੇ हैं ਜਿਹਦੇ ਵਿੱਚ ਜਿਹੜੇ ਪ੍ਰਾਈਵੇਟ ਰੂਮਸ ਆਈਸੋਲੇਟਿਡ ਰੂਮਸ हैं, ਜਿਹਦੇ 'ਚੋਂ ਅਸੀਂ ਕਿਸੇ ਜੇ ਰੱਖਾਂਗੇ ਸੀਰੀਅਸਲੀ ਸਿਕ ਪੇਸ਼ੈਂਟਸ ਤੇ ਸਾਨੂੰ ਸਟਾਫ ਦੀ ਬਹੁਤ ਜ਼ਿਆਦਾ ਜ਼ਰੂਰਤ ਪਏਗੀ। ਤੋ ਅਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹਾਂ ਜਦੋਂ ਸਟੈਪ ਡਾਊਨ ਹੋ ਜਾਂਦਾ, ਜਦੋਂ ਪੇਸ਼ੈਂਟ ਆਈਸੀਯੂ ਦੇ ਵਿੱਚੋਂ ਹਾਈ ਡਿਪੈਂਡੈਂਸੀ ਯੂਨਿਟ ਦੇ ਵਿੱਚੋਂ ਠੀਕ ਹੋ ਜਾਂਦੇ ਆ, ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਰਹਿੰਦੀ ਪਰ ਹਜੇ ਵੀ ਉਹਨਾਂ ਨੂੰ ਹਸਪਤਾਲ 'ਚ ਰਹਿਣਾ ਹੁੰਦਾ ਹੈ, ਉਸ ਲਈ ਉਹ ਵਾਲੇ ਬੈੱਡ ਯੂਜ਼ ਕਰ ਰਹੇ ਹਾਂ। ਜਦੋਂ ਸਾਡਾ ਵੱਧ ਰਿਹਾ ਡਿਮਾਂਡ ਜਾਂ ਮਤਲਬ ਮਰੀਜ਼ ਜ਼ਿਆਦਾ ਹੋਏ ਜਾ ਰਹੇ ਹੈ, ਸਾਨੂੰ ਇਹ ਸਾਡੇ ਉੱਪਰ ਲੋਡ ਹੈ ਕਿ ਹੋਰ ਕਿਸੇ ਤਰ੍ਹਾਂ ਵਧਾਈਏ ਤੇ ਪੀਜੀਆਈ ਪੂਰੀ ਐਕਟਿਵਲੀ ਕੰਸੀਡਰ ਕਰ ਰਹੀ ਹੈ ਕਿੱਦਾਂ ਇਸ ਬਿਲਡਿੰਗ ਦੇ ਵਿੱਚ ਥੋੜ੍ਹੇ ਜ਼ਿਆਦਾ ਮਰੀਜ਼ ਪਲੱਸ ਮੇਨ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਵੀ ਅਸੀਂ ਥੋੜ੍ਹੇ ਬੈੱਡ ਵਧਾਤੇ हैं ਤਾਂ ਕਿ ਟ੍ਰਾਂਜ਼ਿਟ ਫੇਜ਼ ਦੇ ਵਿੱਚ ਜਦੋਂ ਮਰੀਜ਼ ਆਉਂਦੇ ਆ ਸ਼ੁਰੂ ਦੇ ਵਿੱਚ 24 ਘੰਟੇ ਉੱਥੇ ਰੱਖ ਕੇ ਜਦ ਤੋਂ ਇੱਥੇ ਉਹਨਾਂ ਦੀ ਸਪੇਸ ਬਣਦੀ ਹੈ ਇੱਥੇ ਕਰ ਲੈਂਦੇ ਹਾਂ। ਹੋਰ ਵੀ ਕਈ ਆਪਸ਼ਨਸ ਕਰ ਰਹੇ ਹਾਂ, ਅਸੀਂ ਕੰਸੀਡਰ ਕਰ ਰਹੇ ਹਾਂ, ਬਟ ਵੀ ਆਰ ਰੈਡੀ ਟੂ ਟੇਕ ਕੇਅਰ ਆਫ ਮੋਰ ਐਂਡ ਮੋਰ ਪੇਸ਼ੈਂਟਸ। ਇੱਕ ਸਵਾਲ ਪੰਜਾਬ ਦੇ ਪੇਸ਼ੈਂਟਾਂ ਦਾ ਪਹਿਲਾਂ ਵੀ ਆਇਆ ਸੀ, ਬਲਬੀਰ ਸਿੱਧੂ ਉਹਨਾਂ ਨੇ ਵੀ ਕਿਹਾ ਸੀਗਾ ਵੀ ਅਸੀਂ ਸਾਡੇ ਲਈ ਅਲੱਗ ਤੋਂ ਬੈੱਡ ਰੱਖੇ ਜਾਣ, ਤਾਂ ਪੀਜੀਆਈ ਨੇ ਕਿਹਾ ਸੀਗਾ ਪੇਸ਼ੈਂਟ ਅਸੀਂ ਇਹ ਨਹੀਂ ਦੇਖਦੇ ਕੋਈ ਹੋਏ ਜਿਹੜਾ ਵੀ ਆ ਜਾਏ। ਹੁਣ ਅੱਜ ਦੀ ਕੰਡੀਸ਼ਨ ਜੇ ਮੈਂ ਅੱਜ ਗੱਲ ਕਰਾਂ ਸਰ, ਕੋਈ ਪੰਜਾਬ ਦਾ ਪੇਸ਼ੈਂਟ ਇੱਥੇ ਕਿੱਦਾਂ ਆਉਂਦੇ ਆ, ਕਿਆ ਰੈਫਰਲ ਸਿਸਟਮ ਜਿੱਦਾਂ ਨੋਡਲ ਅਫਸਰ ਗੱਲ ਕਰੇਗਾ, ਕਿਆ ਪੰਜਾਬ ਦੇ ਪੇਸ਼ੈਂਟ ਨੂੰ ਪੀਜੀਆਈ ਲੈ ਰਿਹਾ? ਦੇਖੋ ਨੋਡਲ ਸਿਸਟਮ ਸ਼ੁਰੂ ਤੋਂ ਕੀਤਾ ਸੀ ਪਰ ਉਹ ਜਦ ਜੇ ਤੇ ਇੱਥੇ ਕੋਈ ਜਗ੍ਹਾ ਹੋਏਗੀ ਤੇ ਨੋਡਲ ਸਿਸਟਮ ਕੰਮ ਕਰੇਗਾ। ਨੰਬਰ 2 ਉਹਨਾਂ ਪੰਜਾਬ ਦੇ ਵਿੱਚ ਵੀ ਆਪਣੇ ਕੋਵਿਡ ਹਸਪੀਟਲਸ ਹੈਗੇ ਹੈ ਐਂਡ ਪੀਜੀਆਈ ਦੇ ਡਾਕਟਰ ਉਹਨਾਂ ਨੂੰ ਐਕਸਪਰਟ ਸਲਾਹ ਦਿੰਦੇ ਰਹਿੰਦੇ ਟਾਈਮ ਟੂ ਟਾਈਮ ਰਿਗਾਰਡਿੰਗ ਮੈਨੇਜਮੈਂਟ, ਤੇ ਉੱਥੋਂ ਪੇਸ਼ੈਂਟਸ ਅੱਜ ਦੀ ਡੇਟ ਦੇ ਵਿੱਚ ਬਿਨਾਂ ਦੱਸੇ ਵੀ ਆ ਜਾਂਦੇ ਹੈ, ਕਦੀ ਕਦੀ ਰੈਫਰ ਹੋ ਕੇ ਵੀ ਆਉਂਦੇ ਹੈ। ਅਸੀਂ ਮਨਾ ਨਹੀਂ ਕਰਦੇ, ਪਰ ਹਾਂ ਜੇ ਸਾਡੇ ਕੋਲ ਬੈੱਡ ਕਪੈਸਿਟੀ ਨਹੀਂ ਹੋਏਗੀ ਤੇ ਆਬਵੀਅਸਲੀ ਅਸੀਂ ਇਹੀ ਕਰਾਂਗੇ ਕਿ ਜਿੰਨੇ ਮੈਕਸਿਮਮ ਪੇਸ਼ੈਂਟਸ ਉਹ ਆਪਣੇ ਹਸਪਤਾਲਾਂ 'ਚੋਂ ਟਰੀਟ ਕਰ ਲੈਣ ਤੇ ਕਰ ਲੈਣ। ਜੇ ਕੋਈ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ ਅਸੀਂ ਮਨਾ ਨਹੀਂ ਕਰਦੇ। ਦਿੱਲੀ ਦਾ ਹੈਲਥ ਸਿਸਟਮ ਪ੍ਰੈਸ਼ਰ 'ਚ ਆ ਗਿਆ, ਕੇਜਰੀਵਾਲ ਨੇ ਸਾਫ਼ ਕਿਹਾ ਲੋਕਡਾਊਨ ਉੱਥੇ ਲੱਗ ਚੁੱਕਿਆ ਹੈ। ਪੀਜੀਆਈ ਜੇ ਦੇਖਿਆ ਜਾਏ ਘਿਰਿਆ ਪਿਆ ਹੈ, ਪੰਜਾਬ ਤੋਂ ਵੀ, ਹਰਿਆਣਾ ਤੋਂ ਵੀ, ਹਿਮਾਚਲ ਤੋਂ ਵੀ, ਨੇਬਰ ਹੋਰ ਜਿਹੜੇ ਸਟੇਟਸ ਨੇ, ਪ੍ਰੈਸ਼ਰ ਪੀਜੀਆਈ ਤੇ ਵੱਧ ਰਿਹਾ ਹੈ। ਹੈਲਥ ਵਰਕਰ ਡਾਕਟਰਸ ਵੀ ਤੁਹਾਡੇ ਕਾਫੀ ਪੋਜ਼ਿਟਿਵ ਆ ਰਹੇ ਨੇ। ਇਸ ਬਿਲਡਿੰਗ ਕਿੰਨਾ ਕੁ ਪ੍ਰੈਸ਼ਰ ਝੇਲੇਗੀ? 300 ਬੈੱਡ ਤੁਸੀਂ ਆਲਰੇਡੀ ਇੰਕਰੀਜ਼ ਕਰਤੇ, 200 ਦੇ ਸੀਗੇ ਮੇਰੇ ਖਿਆਲ ਸਟਾਰਟਿੰਗ ਵਿੱਚ। ਦੇਖੋ ਵੀ ਆਰ ਫॉर ਦਾ ਕਮਿਊਨਿਟੀ। ਸਰਕਾਰੀ ਹਸਪਤਾਲ ਹੈ, ਅਸੀਂ ਬੰਦ ਨਹੀਂ ਕਰ ਸਕਦੇ ਦਰਵਾਜ਼ੇ। ਹਾਂ ਅਸੀਂ ਇਹ ਕਹਿ ਸਕਦੇ ਹਾਂ ਬਈ ਦੂਸਰੇ ਹਸਪਤਾਲਾਂ ਨੂੰ ਸਪੋਰਟ ਦੇ ਸਕਦੇ ਹਾਂ ਡਾਇਰੈਕਟਲੀ ਇਨਡਾਇਰੈਕਟਲੀ। ਹੁਣ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਰੈਂਪ ਅਪ ਕੀਤੀ ਹੈ ਆਪਣੀ ਫੈਸਿਲਿਟੀ 16 ਸੈਕਟਰ ਦੇ ਹਸਪਤਾਲ ਦੇ ਵਿੱਚ, 32 ਸੈਕਟਰ ਦੇ ਹਸਪਤਾਲ ਦੇ ਵਿੱਚ। ਸੋ ਦੈਟ ਵਿਲ ਹੈਲਪ ਦ ਜਨਰਲ ਪਬਲਿਕ ਇਨ ਟੇਕਿੰਗ ਕੇਅਰ ਆਫ ਦਿਸ ਅਕਿਊਟ ਸਰਜ। ਤੇ ਜ਼ਰੂਰਤ ਪਏਗੀ ਤੇ ਦੇਖੋ ਐਦਾਂ ਨਹੀਂ ਹੈ ਕਿ ਅਸੀਂ ਕਿਸੇ ਮਰੀਜ਼ ਨੂੰ ਬਿਕੋਜ਼ ਆਫ ਲੈਕ ਆਫ ਫੈਸਿਲਿਟੀਜ਼ ਮਰਨ ਦੇਵਾਂਗੇ। ਟ੍ਰੀਟਮੈਂਟ ਅਸੀਂ ਪੂਰੀ ਕਰਾਂਗੇ, ਇੱਥੇ ਨਹੀਂ ਕਰਾਂਗੇ, ਮੇਨ ਹਸਪਤਾਲ 'ਚ ਕਰਾਂਗੇ, ਇੱਥੇ ਖਤਮ ਹੋ ਜਾਏਗਾ, ਅੱਗੇ ਕਰਾਂਗੇ। ਬਟ ਅਸੀਂ ਸਰਕਾਰ ਡਿਫਰੈਂਟ ਸਰਕਾਰਾਂ ਨੂੰ ਆਸ-ਪਾਸ ਦੀਆਂ ਇਹੀ ਕਹਾਂਗੇ ਕਿ ਆਪਣੇ ਮਰੀਜ਼ ਆਪਣੇ ਨੇੜੇ ਵਾਲੇ ਹਸਪਤਾਲਾਂ ਦੇ 'ਚ ਟਰੀਟ ਕਰੋ, ਉੱਥੇ ਦੀਆਂ ਫੈਸਿਲਿਟੀਆਂ ਵਧਾਓ। ਸਾਨੂੰ ਆਲਰੇਡੀ 1 ਸਾਲ ਹੋ ਗਿਆ ਇਹ ਕੋਵਿਡ ਨੂੰ ਸਿਚੁਏਸ਼ਨ ਨੂੰ ਦੇਖਦੇ, ਤੇ ਹੁਣ ਤੱਕ ਤੇ ਅਸੀਂ ਆਪਣੇ ਆਪ ਨੂੰ ਕਾਫੀ ਇੰਪਰੂਵ ਕਰ ਲਿੱਤਾ ਹੋਣਾ ਚਾਹੀਦਾ ਸੀ। ਵੈਸੇ ਕੀਤਾ ਹੈ, ਮੈਂ ਨਹੀਂ ਕਹਿੰਦਾ ਉਹਨਾਂ ਨੇ ਨਹੀਂ ਕੀਤਾ। ਬਾਕੀ ਆਸ-ਪਾਸ ਦੇ ਸਟੇਟਸ ਦੇ ਹਸਪੀਟਲਸ ਕਾਫੀ ਅੱਛੇ ਹੈ, ਹਰਿਆਣਾ ਪੰਜਾਬ 'ਚ, ਬਟ ਉਹ ਫਿਰ ਵੀ ਕਈ ਵਾਰੀ ਮਰੀਜ਼ ਕਹਿੰਦਾ ਕਿ ਮੈਂ ਪੀਜੀਆਈ ਜਾਣਾ, ਤਾਂ ਉਹ ਪ੍ਰੈਸ਼ਰ ਵੀ ਹੁੰਦਾ ਮਰੀਜ਼ਾਂ ਤੇ ਸਾਡੇ ਪੀਜੀਆਈ ਤੇ, ਕਿਉਂਕਿ ਸਾਡਾ ਨਾਮ ਹੈ, ਟ੍ਰੀਟਮੈਂਟ ਬੈਟਰ ਹੈ। ਮੈਂ ਨਹੀਂ ਕਹਿ ਸਕਦਾ ਕਿਸੇ ਚੀਜ਼ ਦੀ ਕਿ ਦੂਸਰੇ ਟ੍ਰੀਟਮੈਂਟ ਠੀਕ ਨਹੀਂ ਕਰਦੇ, ਉਹ ਵੀ ਚੰਗੇ ਡਾਕਟਰ ਹੈ, ਉਹ ਵੀ ਸਮਝਦਾਰ ਡਾਕਟਰ ਹੈ, ਫੈਸਿਲਿਟੀਜ਼ ਉੱਥੇ ਵੀ ਹੈ। ਥੋੜ੍ਹੀਆਂ ਫਰਕ 19-21 ਦਾ ਜ਼ਰੂਰ ਫਰਕ ਹੋਏਗਾ। ਤੇ ਅਸੀਂ ਤਾਂ ਕਹਾਂਗੇ ਕਿ ਸਾਰੀ ਸਰਕਾਰਾਂ ਆਸ-ਪਾਸ ਜਿਹੜੀਆਂ ਹੈਗੀਆਂ ਹੋਰ ਆਪਣੀ ਫੈਸਿਲਿਟੀ ਵਧਾਉਣ। ਕੋਈ ਹੈ ਕਿ ਟੈਕਨੀਕਲ ਹੈਲਪ ਹੈ ਅਸੀਂ ਪ੍ਰੋਵਾਈਡ ਕਰਾਂਗੇ।
ਡਾਕਟਰ ਸਾਹਿਬ ਆਕਸੀਜਨ ਦੀ ਕਮੀ ਨੂੰ ਲੈ ਕੇ ਵੀ ਕੀਤਾ ਜਾ ਰਿਹਾ, ਪੀਜੀਆਈ ਤੇ ਆਕਸੀਜਨ ਦੇ ਕੀ ਕਿੰਨੇ ਕੁ ਹੈਗੀ ਨੇ, ਆਈਸੀਯੂ ਦੇ ਬੈੱਡ ਕਿੰਨੇ ਨੇ, ਵੈਂਟੀਲੇਟਰ ਦੇ ਕਿੰਨੇ ਨੇ, ਆਪਣੇ ਕੋਲ ਮਤਲਬ ਫੈਸਿਲਿਟੀ ਪੂਰੀ ਹੈਗੀ ਹੈ? ਦੇਖੋ ਇਸ ਟਾਈਮ ਪੀਜੀਆਈ ਦੇ ਵਿੱਚ ਇਨ ਐਡੀਸ਼ਨ ਟੂ ਇੱਥੇ 200 ਜਿਹੜੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਆਕਸੀਜਨ ਲੱਗੀ ਹੈ, 180 ਆਈਸੀਯੂ ਬੈੱਡ ਭਰੇ ਹੋਏ ਹੈ ਮੇਨ ਹਸਪਤਾਲ 'ਚ, ਪਲੱਸ 200 ਮਰੀਜ਼ ਐਮਰਜੈਂਸੀ 'ਚ ਪਏ ਹੈ ਜਿਨ੍ਹਾਂ ਨੂੰ ਅੱਧੇ ਨਹੀਂ ਤੇ ਅੱਧੇ ਤੋਂ ਜ਼ਿਆਦਾ ਪੂਰੇ ਨਹੀਂ ਤੇ ਅੱਧੇ ਤੋਂ ਜ਼ਿਆਦਾ ਮਰੀਜ਼ਾਂ ਨੂੰ ਆਕਸੀਜਨ ਲੱਗੀ ਦੀ ਹੈ। ਤੇ ਸਾਰੇ ਜਿਹੜੇ 2000 ਬੈੱਡ ਹੈਗੇ ਹੈ ਉਹਨਾਂ ਦੇ ਵਿੱਚ ਵੀ ਮੋਸਟਲੀ ਆਕਸੀਜਨ ਦੇ ਪੁਆਇੰਟਸ ਹੈਗੇ ਹੈ ਤੇ ਕਈ ਪੇਸ਼ੈਂਟਸ ਨੂੰ ਆਕਸੀਜਨ ਲੱਗੀ ਦੀ ਹੈ। ਸਾਡੇ ਕੋਲ ਸਟਾਕ ਰਹਿੰਦਾ ਹੈ, ਸਾਡੇ ਕੋਲ 3-4 ਜੀ ਉਮੇਸ਼ ਲਿਕੁਇਡ ਆਕਸੀਜਨ ਟੈਂਕ ਹੈਗੇ ਹੈ। ਇਹ ਨੇੜੇ ਤੇ ਆਕਸੀਜਨ ਪਲਾਂਟਾਂ ਤੋਂ ਆਕਸੀਜਨ ਲੈ ਕੇ ਰੈਗੂਲਰਲੀ ਫਿਲ ਹੁੰਦੇ ਰਹਿੰਦੇ ਹੈ। ਅਸੀਂ ਸਾਰੀ ਇੰਤਜ਼ਾਮ ਕੀਤਾ ਦਾ। ਹੁਣ ਅਨਹੋਣੀ ਕੋਈ ਹੋ ਜਾਏ ਤੇ ਉਹਦਾ ਅਸੀਂ ਕੋਈ ਕੁਝ ਨਹੀਂ ਕਰ ਸਕਦੇ, ਬਟ ਸਾਡੀ ਪਲਾਨ ਪੂਰੀ ਹੈ। ਬਿਲਕੁਲ ਗੌਰਵ, ਇੱਕ ਵੱਡਾ ਸਵਾਲ ਡਾਕਟਰ ਜੀਡੀ ਪੁਰੀ ਨੇ ਵੀ ਕਿਹਾ ਤੇ ਆਪਣੇ ਜ਼ਿਹਨ 'ਚ ਵੀ ਹੈ, ਅਸੀਂ ਆਸ-ਪਾਸ ਦੇ ਸਟੇਟਾਂ ਦੀ ਗੱਲ ਕਰੀਏ ਕਿ ਉੱਥੇ ਇੰਨੀ ਕੁ ਤਾਂ ਫੈਸਿਲਿਟੀ ਵਧਾਈ ਜਾਵੇ ਕਿ ਪੀਜੀਆਈ ਦਾ ਪ੍ਰੈਸ਼ਰ ਘੱਟ ਹੋਏ। ਹਾਂ, ਇੱਕ ਗੱਲ ਜ਼ਰੂਰ ਇਹਨਾਂ ਨੇ ਕਹੀ ਕਿ ਅਸੀਂ ਕਿਸੇ ਮਰੀਜ਼ ਨੂੰ ਮਰਨ ਨਹੀਂ ਦੇਵਾਂਗੇ ਕਿ ਇਹ ਕਹਿ ਕੇ ਨਹੀਂ ਕਿ ਸਾਡੇ ਕੋਲ ਬੈੱਡ ਨਹੀਂ ਹੈ, ਸਾਡੇ ਕੋਲ ਫੈਸਿਲਿਟੀ ਨਹੀਂ। ਇਹ ਬਿਲਡਿੰਗ ਗਵਾਹ ਵੀ ਹੈ ਕਿਉਂਕਿ ਇੱਥੇ ਪੇਸ਼ੈਂਟ ਭਰੇ ਹੋਏ ਨੇ। ਪੰਜਾਬ ਦੇ ਪੇਸ਼ੈਂਟ ਦੀ ਗੱਲ ਕੀਤੀ ਹੈ ਕਿ 50% ਤੋਂ ਜ਼ਿਆਦਾ ਹੱਲੇ ਵੀ ਇੱਥੇ ਜਿਹੜੇ ਪੇਸ਼ੈਂਟ ਨੇ ਉਹ ਪੰਜਾਬ ਤੋਂ ਨੇ। ਸਿੱਧਾ ਕਈ ਵਾਰ ਪੇਸ਼ੈਂਟ ਆ ਜਾਂਦੇ ਨੇ ਤਾਂ ਵੀ ਇੱਥੇ ਕੋਈ ਮਨਾਹੀ ਨਹੀਂ, ਕਈ ਵਾਰ ਰੈਫਰਲ ਤੋਂ ਆ ਜਾਂਦੇ ਨੇ ਤਾਂ ਵੀ ਕੋਈ ਮਨਾਹੀ ਨਹੀਂ। ਜੀ ਗੌਰਵ। ਠੀਕ ਹੈ, ਤਾਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਇਸ ਸਮੇਂ ਕੀ ਸਥਿਤੀ ਹੈ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਦਾ ਰੁਖ ਕਰਦਾ। ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਨੇ। ਅੰਮ੍ਰਿਤਸਰ ਦੇ ਵਿੱਚ ਆਕਸੀਜਨ ਨੂੰ ਲੈ ਕੇ ਕੁਝ ਦਿੱਕਤ ਵਾਲੀ ਖਬਰ ਸਾਹਮਣੇ ਆ ਰਹੀ ਸੀ, ਆਪਾਂ ਉਸ ਦਾ ਚੰਗੇ ਤਰ੍ਹਾਂ ਤਫਸੀਲ ਦੇ ਨਾਲ ਜਾਣਕਾਰੀ ਲਵਾਂਗੇ ਕਿ ਅੰਮ੍ਰਿਤਸਰ ਦੇ ਵਿੱਚ ਕੀ ਹਾਲ ਹੈ। ਪਰ ਮੈਂ ਫਿਲਹਾਲ ਰੁਖ ਕਰਦਾ ਡਾਕਟਰ ਵਿਕਰਮ ਬੇਦੀ ਦਾ। ਡਾਕਟਰ ਸਾਹਿਬ, ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਇਹ ਪਾਬੰਦੀਆਂ ਦਾ ਫਾਇਦਾ ਹੋਵੇਗਾ, ਇੱਕ ਦਿਨ ਦਾ ਲਾਕਡਾਊਨ ਪੰਜਾਬ 'ਚ ਜਾਂ ਨਾਈਟ ਕਰਫਿਊ ਦਾ 1 ਘੰਟਾ ਵਧਾ ਦਿੱਤਾ ਜਾਣਾ, ਇਸ ਦਾ ਕੀ ਲਾਭ, ਕਿ ਅਸੀਂ ਵਾਕਈ ਹੀ ਕਰੋਨਾ ਨੂੰ ਹਰਾਉਣ ਵਾਲਾ ਕਦਮ ਵਧਾ ਰਹੇ ਹਾਂ? ਦੇਖੋ 1 ਘੰਟਾ ਵਧਾਉਣ ਨਾਲ ਕੋਈ ਕਰੋਨਾ ਨੇ ਕੋਈ ਘੱਟ ਨਹੀਂ ਹੋ ਜਾਣਾ। ਪਹਿਲੀ ਗੱਲ ਹੈ, ਇਹ ਜਿਹੜੇ ਮੈਜਰ ਨੇ ਨਾ ਇਹਨਾਂ ਦਾ ਕੋਈ ਸਾਇੰਟੀਫਿਕ ਬੇਸਿਸ ਨਹੀਂ ਹੈ। ਕਰੋਨਾ ਏਦਾਂ ਦੀ ਬਿਮਾਰੀ ਨਹੀਂ ਹੈ ਜਿਹੜਾ ਵੀਕਐਂਡ 'ਚ ਬਹੁਤ ਜ਼ਿਆਦਾ ਪਾਰਟੀ ਕਰਨ ਨਿਕਲ ਜਾਂਦਾ ਬਾਹਰ ਤੇ ਅਸੀਂ ਵੀਕਐਂਡ ਲਾਕਡਾਊਨ ਲਗਾਤਾ ਤੇ ਉਹ ਬੰਦ ਹੋ ਜਾਏਗਾ ਜੀ। ਸਿੰਪਲ ਜੀ ਗੱਲ, ਦ ਸਟ੍ਰੈਟੇਜੀ ਸ਼ੁੱਡ ਬੀ ਵੈਰੀ ਵੈਰੀ ਸਿੰਪਲ। ਸਿੰਪਲ ਸਟ੍ਰੈਟੇਜੀ ਕੀ ਹੋਇਆ ਹੈ, ਇਹ ਸਟੇਟ ਵਿੱਚ ਹੁਣ ਬੈਡਸ ਦੀ ਕਮੀ ਹੈ। ਤੁਸੀਂ ਦੇਖ ਰਹੇ ਹੋ ਪੀਜੀਆਈ ਕਿੰਨਾ ਜ਼ਿਆਦਾ ਓਵਰਬਰਡਨਡ ਹੈ ਤੇ ਕੇਸਿਸ ਐਕਸਪੋਨੈਂਸ਼ੀਅਲੀ ਹੁਣ ਰਾਈਜ਼ ਕਰਦੇ ਪਏ ਹੈ। ਅੱਜ ਤੋਂ 5 ਜਾਂ 10 ਦਿਨ ਬਾਅਦ ਏਦਾਂ ਦੀ ਵੀ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਕਿ ਬੈੱਡ ਨਾ ਮਿਲਣ ਕਰਕੇ ਕਈਆਂ ਨੂੰ ਕੋਈ ਬਹੁਤ ਸੀਰੀਅਸ ਕਨਸੀਕੁਐਂਸਸ ਪੇਸ਼ੈਂਟ ਨੂੰ ਡੀਲ ਕਰਨੇ ਪਏ, ਬਿਕੋਜ਼ ਸਾਡਾ ਹੈਲਥ ਇਨਫਰਾਸਟ੍ਰਕਚਰ ਇੰਨੀ ਜ਼ਿਆਦਾ ਕੈਪੈਸਿਟੀ ਹੋਲਡ ਕਰ ਹੀ ਨਹੀਂ ਸਕਦਾ ਪੇਸ਼ੈਂਟ ਦੀ। ਸਿੰਪਲ ਮੈਜਰ ਕੀ ਹੈ, ਮਿਨੀਮਮ ਟੂ ਮਿਨੀਮਮ 21 ਡੇਜ਼ ਦਾ ਲਾਕਡਾਊਨ, 3 ਵੀਕਸ ਦਾ ਲਾਕਡਾਊਨ ਜ਼ਰੂਰੀ ਹੈ ਜੇ ਤੁਸੀਂ ਇਹਦੀ ਸਾਈਕਲ ਬ੍ਰੇਕ ਕਰਨੀ ਹੈ ਜੀ। ਐਂਡ ਸਿਰਫ ਲਾਕਡਾਊਨ ਨਹੀਂ, ਲਾਕਡਾਊਨ ਤਾਂ ਪਹਿਲੇ ਵੀ ਹੋਇਆ ਸੀ। ਹੁਣ 3 ਵੀਕਸ ਦੇ ਵਿੱਚ ਸਭ ਪੂਰੇ ਪੰਜਾਬ ਨੂੰ, ਮੈਂ ਕਹਿੰਦਾ ਪੂਰੇ ਇੰਡੀਆ ਨੂੰ ਵੈਕਸੀਨੇਟ ਕਰਨਾ ਪਏਗਾ, ਤਾਂ ਜਾ ਕੇ ਅਸੀਂ ਸੋਚ ਸਕਦੇ ਹਾਂ ਕਿ ਇਹ ਸਥਿਤੀ ਵਾਪਸ ਨਹੀਂ ਆਏਗੀ। ਦੇਖੋ ਅਸੀਂ ਤਾਂ ਸੈਕੰਡ ਵੇਵ ਦੀ ਗੱਲ ਕਰ ਰਹੇ ਹਾਂ ਜੀ, 100% ਥਰਡ ਵੇਵ ਵੀ ਆਣੀ ਹੈ, ਫੋਰਥ ਵੇਵ ਵੀ ਆਣੀ ਹੈ ਜੀ। ਐਕਸਪਰਟਸ ਦਾ ਇਹ ਮੰਨਣਾ ਹੈ ਕਿ 2022 ਤੱਕ ਇਹ ਪ੍ਰੋਬਲਮ ਜਿਹੜੀ ਹੈ ਚੱਲ ਸਕਦੀ ਹੈ। ਸੋ ਮੈਂ ਹੋਰ ਸ਼ਾਰਟ ਦੇ ਵਿੱਚ ਸਮਝਣਾ ਚਾਹਾਂ ਤੁਹਾਡੇ ਤੋਂ, ਤੁਸੀਂ ਇਹ ਕਹਿ ਰਹੇ ਹੋ ਕਿ ਡਾਇਰੈਕਟਲੀ ਜਾ ਕੇ ਇਸ 1 ਦਿਨ ਦੇ ਲਾਕਡਾਊਨ ਦੇ ਨਾਲ ਜਾਂ ਵੀਕਐਂਡ ਲਾਕਡਾਊਨ ਦੇ ਨਾਲ ਜਾਂ 1 ਘੰਟਾ ਨਾਈਟ ਕਰਫਿਊ ਵਧਾਉਣ ਦੇ ਨਾਲ ਜ਼ਿਆਦਾ ਕੋਈ ਲਾਭ ਮਿਲਦਾ ਨਜ਼ਰ ਨਹੀਂ ਆਏਗਾ। ਇਨਫੈਕਟ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜੇ 1 ਹਫ਼ਤੇ ਦਾ ਕਰਤਾ ਤਾਂ ਵੀ ਸ਼ਾਇਦ ਕੋਈ ਫਾਇਦਾ ਨਾ ਹੋਵੇ। ਬਿਲਕੁਲ ਕੋਈ ਫਾਇਦਾ ਨਹੀਂ ਹੋਏਗਾ। ਇਸ ਤੋਂ ਚੰਗਾ ਉਹ ਲਾਕਡਾਊਨ ਕਰਨ ਹੀ ਨਾ। 2 ਦਿਨ ਦਾ ਲਾਕਡਾਊਨ ਇਜ਼ ਸਾਇੰਟੀਫਿਕਲੀ ਇਟ ਹੈਜ਼ ਨੋ ਮੀਨਿੰਗ ਐਟ ਆਲ। ਉਹਦਾ ਕੋਈ ਫਾਇਦਾ ਨਹੀਂ ਹੈ, ਸਿਰਫ ਦਿਖਾਣ ਲਈ ਹੈ ਕਿ ਹਾਂਜੀ ਸਰਕਾਰ ਕੁਝ ਕਰ ਰਹੀ ਹੈ। ਠੀਕ ਹੈ, ਤੁਸੀਂ ਸੈਕੰਡ, ਥਰਡ, ਫੋਰਥ ਵੇਵ ਦਾ ਜ਼ਿਕਰ ਕਰ ਰਹੇ ਹੋ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਆਪਾਂ ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਮੈਂ ਇੱਕ ਵਾਰ ਰੁਕ ਕਰਦਾ ਅੰਮ੍ਰਿਤਸਰ ਦਾ, ਸਾਡੇ ਸਹਿਯੋਗੀ ਸਾਡੇ ਨਾਲ ਨੇ ਰਾਜੀਵ ਸ਼ਰਮਾ। ਰਾਜੀਵ, ਅੰਮ੍ਰਿਤਸਰ ਦਾ ਹਾਲ ਦੱਸੋ। ਲੋਕ ਜਾਣਨਾ ਚਾਹੁੰਦੇ ਨੇ ਕਿ ਹਸਪਤਾਲਾਂ 'ਚ ਬੈੱਡ ਕਿੰਨੇ ਕੁ ਅਵੇਲੇਬਲ ਨੇ ਅਗਲੇ 10 ਦਿਨ ਦੇ ਵਿੱਚ। ਜੇ ਅੱਜ 5000 ਕੇਸ ਆ ਰਹੇ ਨੇ, ਰੱਬ ਨਾ ਕਰੇ ਵਧਣ, ਪਰ ਜੇ ਵੱਧ ਕੇ 8000 10000 ਪੰਜਾਬ 'ਚ ਹੋ ਗਏ, ਅੰਮ੍ਰਿਤਸਰ ਦੇ ਵਿੱਚ ਕੇਸਿਸ ਜ਼ਿਆਦਾ ਹੋ ਗਏ, ਤਾਂ ਕੀ ਇੰਤਜ਼ਾਮ ਨੇ? ਦੱਸੋ ਜ਼ਰਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਆਕਸੀਜਨ ਦੀ ਘਾਟ ਵਾਲੀ ਗੱਲ ਵੀ ਸਾਹਮਣੇ ਆਈ ਸੀ। ਮੈਂ ਪਟਿਆਲਾ ਦਾ ਵੀ ਤੁਹਾਨੂੰ ਹਾਲ ਦਿਖਾਵਾਂਗਾ। ਮਨੋਜ ਸ਼ਰਮਾ ਤਸਵੀਰਾਂ ਦੇ ਵਿੱਚ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਨੇ। ਰਜਿੰਦਰਾ ਹਸਪਤਾਲ ਬਹੁਤ ਮਸ਼ਹੂਰ ਹੈ ਪਟਿਆਲਾ ਦਾ ਪੂਰੇ ਪੰਜਾਬ ਦੇ ਵਿੱਚ। ਪਰ ਪਹਿਲਾਂ ਗੱਲ ਅੰਮ੍ਰਿਤਸਰ ਦੀ। ਰਾਜੀਵ।
ਜੀ ਹਾਂ, ਬਿਲਕੁਲ ਗੌਰਵ, ਜੇਕਰ ਮੈਂ ਗੁਰੂ ਨਾਨਕ ਦੇਵ ਹਸਪੀਟਲ ਦੀ ਗੱਲ ਕਰਾਂ ਤਾਂ ਮਾਝੇ ਦਾ ਇਹ ਸਭ ਤੋਂ ਵੱਡਾ ਹਸਪੀਟਲ ਹੈ ਔਰ ਇੱਥੇ ਸਿਰਫ ਅੰਮ੍ਰਿਤਸਰ ਨਹੀਂ ਬਲਕਿ ਗੁਰਦਾਸਪੁਰ, ਪਠਾਨਕੋਟ ਔਰ ਜੇਕਰ ਮੈਂ ਜਲੰਧਰ ਦੇ ਵੀ ਕੁਝ ਹਿੱਸਿਆਂ ਦੀ ਗੱਲ ਕਰਾਂ ਤਾਂ ਉੱਥੋਂ ਵੀ ਮਰੀਜ਼ ਜਿਹੜੇ ਆ ਪਹਿਲਾਂ ਇੱਥੇ ਰੈਫਰ ਕੀਤੇ ਜਾਂਦੇ ਰਹੇ ਨੇ। ਤਾਂ ਜਿੱਥੋਂ ਤੱਕ ਆਕਸੀਜਨ ਦੀ ਗੱਲ ਹੈ ਤਾਂ ਉਸ ਦੀ ਕਮੀ ਜਿਹੜੀ ਉਹ ਮਹਿਸੂਸ ਜ਼ਰੂਰ ਹੋਈ ਸੀ ਔਰ ਇਸ ਦੀ ਪੁਸ਼ਟੀ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵੀ ਕੀਤੀ ਹੈ, ਪਰ ਉਹਨਾਂ ਨੇ ਕਿਹਾ ਕਿ ਕੁਝ ਸਮਾਂ ਜ਼ਰੂਰ ਇਹ ਕਮੀ ਮਹਿਸੂਸ ਹੋਈ ਸੀ ਕਿਉਂਕਿ ਇੱਕਦਮ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਵਧੀ ਹੈ। ਔਰ ਅੰਮ੍ਰਿਤਸਰ ਦੇ ਵਿੱਚ ਅੱਜ ਦਾ ਜੇਕਰ ਹੁਣ ਦਾ ਮੈਂ ਤਾਜ਼ਾ ਅਪਡੇਟ ਸਾਂਝਾ ਕਰਾਂ ਤਾਂ 12 ਲੋਕਾਂ ਦੀ ਕੋਵਿਡ ਦੇ ਨਾਲ ਮੌਤ ਹੋਈ ਹੈ, ਜਦਕਿ 300 ਤੋਂ ਵੱਧ ਜਿਹੜੇ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ। ਤਾਂ ਇਸ ਵੇਲੇ ਮੈਂ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਹੀ ਮੌਜੂਦ ਹਾਂ। ਤਾਂ ਸਿਹਤ ਵਿਭਾਗ ਦਾ ਜਿੱਥੋਂ ਤੱਕ ਸਬੰਧ ਹੈ ਇਸ ਦੇ ਨਾਲ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ 1275 ਕੁੱਲ ਜਿਹੜੇ ਬੈੱਡ ਨੇ ਔਰ ਉਹਨਾਂ ਦੇ ਵਿੱਚੋਂ 44% ਦੀ ਜਿਹੜੀ ਆਕੂਪੈਂਸੀ ਹੈ ਉਹ ਫਿਲਹਾਲ ਹੈ। ਤਾਂ ਪ੍ਰਬੰਧ ਜਿਹੜੇ ਉਹਨਾਂ ਵੱਲੋਂ ਪੂਰੇ ਕੀਤੇ ਗਏ ਨੇ। ਤਾਂ ਗੁਰੂ ਨਾਨਕ ਦੇਵ ਹਸਪੀਟਲ ਦੇ ਅਸੀਂ ਮੇਨ ਐਂਟਰੀ ਪੁਆਇੰਟ ਤੇ ਜਿੱਥੋਂ ਕਿ ਅੱਗੇ ਕੋਵਿਡ ਵਾਰਡ ਦੇ ਲਈ ਜਿਹੜੇ ਜਿੱਥੇ ਮਰੀਜ਼ ਨੇ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਪਹੁੰਚਦੇ ਨੇ ਤਾਂ ਉਹ 3 ਫਲੋਰ ਨੇ ਜਿੱਥੇ ਕਿ ਕੋਵਿਡ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਦਾਖਲ ਕੀਤਾ ਜਾਂਦਾ, ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਕੀਤਾ ਜਾਂਦਾ। ਤਾਂ ਗੁਰੂ ਨਾਨਕ ਦੇਵ ਹਸਪੀਟਲ ਤੋਂ ਇਲਾਵਾ ਅੰਮ੍ਰਿਤਸਰ ਦਾ ਜਿਹੜਾ ਸਿਵਲ ਹਸਪੀਟਲ ਹੈ ਉੱਥੇ ਵੀ ਜਿਹੜੇ ਨੇ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਫਲੂ ਕਾਰਨਰ ਇੱਥੇ ਉਦੋਂ ਤੋਂ ਹੀ ਸਥਾਪਿਤ ਕੀਤਾ ਗਿਆ ਜਦੋਂ ਕਿ ਕੋਵਿਡ ਦੀ ਜਿਹੜੀ ਲਹਿਰ ਹੈ ਇਸ ਦੀ ਜਦੋਂ ਸ਼ੁਰੂਆਤ ਹੋਈ ਸੀ। ਹਾਲਾਂਕਿ ਉਸ ਵੇਲੇ ਜਿਹੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੁਜਾਤਾ ਸ਼ਰਮਾ ਸੀ, ਇਸ ਵੇਲੇ ਰਾਜੀਵ ਦੇਵਗਨ ਦੇ ਹੱਥ ਦੇ ਵਿੱਚ ਹਸਪੀਟਲ ਜਾਂ ਮੈਡੀਕਲ ਕਾਲਜ ਦੀ ਕਮਾਂਡ ਹੈ। ਤਾਂ ਦਾਅਵੇ ਜ਼ਰੂਰ ਕੀਤੇ ਜਾ ਰਹੇ ਸਿਹਤ ਵਿਭਾਗ ਵੱਲੋਂ ਕਿ ਉਹਨਾਂ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਨੇ। ਜੇਕਰ ਮਰੀਜ਼ਾਂ ਦੀ ਗਿਣਤੀ ਵੱਧਦੀ ਹੈ ਤਾਂ ਪੂਰੇ ਪ੍ਰਬੰਧ ਮੁਕੰਮਲ ਨੇ। ਇਸ ਤੋਂ ਇਲਾਵਾ ਵੈਂਟੀਲੇਟਰ ਦਾ ਮੈਂ ਜ਼ਿਕਰ ਕਰਦਾ ਤਾਂ 336 ਟੋਟਲ ਵੈਂਟੀਲੇਟਰ ਨੇ ਜੋ ਸਿਹਤ ਵਿਭਾਗ ਵੱਲੋਂ, ਸਿਵਲ ਸਰਜਨ ਆਫਿਸ ਵੱਲੋਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 336 ਵੈਂਟੀਲੇਟਰ ਨੇ। ਦੂਸਰੇ ਪਾਸੇ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਜੋ ਹੈ ਉਹ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਪਰ ਇਸ ਦਾ ਕਾਰਨ ਜਿਹੜਾ ਉਹ ਇਹ ਦੱਸਿਆ ਜਾ ਰਿਹਾ ਕਿ ਟੈਸਟਿੰਗ ਜਿਹੜੀ ਹੈ ਉਹ ਵਧਾਈ ਗਈ ਹੈ। ਤਾਂ 8000 ਦੇ ਕਰੀਬ ਜਿਹੜੀ ਹਰ ਰੋਜ਼ ਜਿਹੜੀ ਟੈਸਟਿੰਗ ਹੈ ਉਹ ਕੀਤੀ ਜਾ ਰਹੀ ਹੈ। ਤਾਂ ਇਸ ਕਰਕੇ ਉਹਨਾਂ ਦਾ ਕਹਿਣਾ ਕਿ ਜਿਹੜੀ ਗਿਣਤੀ ਹੈ ਪੋਜ਼ਿਟਿਵ ਮਰੀਜ਼ਾਂ ਦੀ ਉਹ ਇਸ ਲਈ ਵੱਧ ਰਹੀ ਹੈ। ਪਰ ਦੂਸਰੇ ਪਾਸੇ ਜਿਹੜਾ ਰਿਕਵਰੀ ਰੇਟ ਹੈ ਉਹ 80% ਤੋਂ ਵੀ ਵੱਧ ਦੱਸਿਆ ਜਾ ਰਿਹਾ। ਇਸ ਕਰਕੇ ਇਸ ਅਜਿਹੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਪਰ ਨਾਲ ਦੀ ਨਾਲ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਲੋਕ ਪਾਲਣਾ ਕਰਨ। ਵੈਕਸੀਨੇਸ਼ਨ ਹੈ ਉਹ ਵੱਧ ਤੋਂ ਵੱਧ ਕਰਵਾਉਣ ਕਿਉਂਕਿ ਕਿਤੇ ਨਾ ਕਿਤੇ ਅਵੇਅਰਨੈਸ ਦੀ ਕਮੀ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ। ਲੋਕ ਵੈਕਸੀਨੇਸ਼ਨ ਦੇ ਲਈ ਬਾਹਰ ਨਹੀਂ ਨਿਕਲਦੇ, ਹਾਲਾਂਕਿ ਟੈਸਟਿੰਗ ਦੇ ਲਈ ਵੀ ਨਹੀਂ ਸੀ ਬਾਹਰ ਆਉਂਦੇ। ਇਸ ਦੇ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੇ ਵੱਡੇ ਜਿਸ ਤਰ੍ਹਾਂ ਸਮਾਗਮ ਨੇ, ਕਿਉਂਕਿ ਕੁਝ ਇਹ ਵੀ ਸਾਡੇ ਤੱਕ ਜਾਣਕਾਰੀ ਪਹੁੰਚ ਰਹੀ ਹੈ ਕਿ ਬਹੁਤ ਸਾਰੇ ਐਸੇ ਲੋਕ ਸੀ ਜਿਹੜੇ ਦੇ ਮੇਲੇ ਦੇ ਵਿੱਚ ਗਏ ਸੀ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਦੋਂ ਵਾਪਸ ਪਰਤੇ ਨੇ ਤਾਂ ਉਹਨਾਂ ਜੀ ਰਾਜੀਵ, ਤਾਂ ਜਿਸ ਤਰੀਕੇ ਨਾਲ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਇੱਕ ਤਾਂ ਇਹ ਸਾਫ਼ ਹੋ ਰਿਹਾ ਚੰਡੀਗੜ੍ਹ ਪੀਜੀਆਈ ਤੇ ਅਸੀਂ ਅੰਮ੍ਰਿਤਸਰ ਦੀ ਜੇਕਰ ਨਜ਼ਰ ਪਾਈਏ ਤਾਂ ਉੱਥੇ ਫਿਲਹਾਲ ਸਥਿਤੀ ਇਹ ਹੈ ਕਿ ਬੈੱਡ ਤੇ ਵੈਂਟੀਲੇਟਰ ਦੀ ਕਮੀ ਨਹੀਂ ਹੈ, ਪਰ ਬਹੁਤ ਤੇਜ਼ੀ ਦੇ ਨਾਲ ਇਹ ਫਿਲ ਤਾਂ ਹੋ ਰਹੇ ਨੇ। ਅਗਲੇ 10-15 ਦਿਨਾਂ ਦੇ ਵਿੱਚ ਕੀ ਸਥਿਤੀ ਬਣਦੀ ਹੈ, 30 ਅਪ੍ਰੈਲ ਜਾਂ 5 ਮਈ ਜਾਂ ਫਿਰ 10 ਮਈ ਦੇ ਆਸ-ਪਾਸ ਕੀ ਸਥਿਤੀ ਹੋਏਗੀ, ਉਹ ਲਾਜ਼ਮੀ ਤੌਰ ਤੇ ਜ਼ਰੂਰ ਸਰਕਾਰ ਨੂੰ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਉਸ ਦੇ ਨਾਲ ਟੈਕਲ ਉਹ ਕਰਨਗੇ। ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਪ੍ਰਾਈਮ ਟਾਈਮ ਦੇ ਵਿੱਚ ਕਰੋਨਾ ਦੇ ਵੱਧਦੇ ਮਾਮਲਿਆਂ ਦੀ ਤੇ ਇਸ ਵਿਚਾਲੇ ਸਰਕਾਰ ਦੇ ਵੱਲੋਂ ਕੀਤੀ ਗਈ। ਇਸ ਸੈਗਮੈਂਟ ਦੀ ਸ਼ੁਰੂਆਤ ਮੈਂ ਤੁਹਾਡੇ ਤੋਂ ਕਰਨ ਜਾ ਰਿਹਾ ਹਾਂ। ਬ੍ਰੇਕ ਤੋਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਇਸ ਵਾਰ ਰੂਰਲ ਦੀ ਜਗ੍ਹਾ, ਅਰਬਨ ਦੀ ਜਗ੍ਹਾ ਰੂਰਲ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ। ਪੁਆਇੰਟ ਨੰਬਰ 1 ਕਿ ਅਜਿਹਾ ਕਿਉਂ ਹੋ ਰਿਹਾ ਹੈ, ਜੇਕਰ ਤੁਸੀਂ ਸਾਨੂੰ ਸਮਝਾ ਸਕੋ। ਤੇ ਦੂਜਾ ਪੁਆਇੰਟ ਇਹ ਵੀ ਕਿ ਸੂਬੇ ਦੇ ਵਿੱਚ ਲਾਕਡਾਊਨ ਵਰਗੀ ਸਥਿਤੀ ਇਸ ਸਮੇਂ ਬਣ ਚੁੱਕੀ ਹੈ ਕਿ ਵਾਕਈ ਉਸ ਸਟੇਜ ਦੇ ਉੱਤੇ ਅਸੀਂ ਆ ਗਏ ਹਾਂ ਕਿ ਹੁਣ ਇੱਕੋ ਸੋਲੂਸ਼ਨ ਹੈ ਸਾਡੇ ਕੋਲ ਕਿ ਅਸੀਂ ਸਭ ਕੁਝ ਬੰਦ ਕਰ ਦਈਏ। ਦੇਖੋ, ਪਹਿਲੀ ਗੱਲ ਦਾ ਜਵਾਬ ਇਹ ਆ ਕਿ ਜਿਹੜਾ ਅਰਬਨ ਪੇਸ਼ੈਂਟ ਹੈ ਥੋੜਾ ਪੜਿਆ ਲਿਖਿਆ ਵੀ ਜ਼ਿਆਦਾ ਆ ਔਰ ਉਹ ਡਰਪੋਕ ਵੀ ਆ। ਇਹਦੇ ਉਲਟ ਜਿਹੜਾ ਰੂਰਲ ਪੇਸ਼ੈਂਟ ਹੈ ਨਾ ਉਹਦਾ ਐਜੂਕੇਸ਼ਨ ਦਾ ਲੈਵਲ ਥੋੜਾ ਘੱਟ ਹੈ ਅਰਬਨ ਨਾਲੋਂ। ਔਰ ਦੂਜਾ ਇਹ ਹੈ ਕਿ ਉਹ ਆਉਣ ਲਈ ਬਹੁਤ ਜ਼ਿਆਦਾ ਕੰਜੂਸੀ ਕਰਦਾ ਹਸਪੀਟਲ ਵਿੱਚ। ਤੀਜਾ ਕਾਰਨ ਇਹ ਆ ਕਿ ਜਿਹੜਾ ਅਰਬਨ ਪੇਸ਼ੈਂਟ ਆ ਉਹ ਸਮਰੱਥ ਆ, ਉਹ ਹਸਪੀਟਲ ਨੂੰ ਅਫੋਰਡ ਕਰ ਸਕਦਾ। ਜਿਹੜਾ ਰੂਰਲ ਪੇਸ਼ੈਂਟ ਆ ਉਹਦੀ ਸਮਰੱਥਾ ਘੱਟ ਆ। ਦੂਜੀ ਗੱਲ ਜਿਹੜੀ ਆਪਾਂ ਕਹੀ ਆ ਕਿ ਲਾਕਡਾਊਨ ਦੀ, ਉਹਦੇ ਮੇਰੇ ਮੁਤਾਬਕ ਅਗਰ 10-10 ਦਿਨ ਦਾ ਲਾਕਡਾਊਨ ਵੀ ਲੱਗੇ ਤਾਂ ਉਹ ਸਫੀਸ਼ੀਐਂਟ ਹੈ। ਜਿੰਨੀ ਦੇਰ ਅਸੀਂ 70% ਪੋਪੂਲੇਸ਼ਨ ਨੂੰ ਵੈਕਸੀਨੇਟ ਨਹੀਂ ਕਰ ਲੈਂਦੇ ਜਾਂ ਉਹ ਇਨਫੈਕਟ ਨਹੀਂ ਹੋ ਜਾਂਦੀ ਤਾਂ ਕਿ ਵਾਇਰਸ ਨੂੰ ਅੱਗੇ ਹੋਸਟ ਨਾ ਲੱਭੇ, ਉਦੋਂ ਤੱਕ ਇਹ ਕੰਟਰੋਲ ਨਹੀਂ ਹੋਣਾ। ਸੋ ਵੈਕਸੀਨੇਸ਼ਨ ਦੀ ਰਫ਼ਤਾਰ ਦੇ ਹਿਸਾਬ ਨਾਲ ਤਾਂ ਸਾਨੂੰ ਲੱਗਦਾ ਨਹੀਂ ਕਿ ਅਗਲੇ ਅਸੀਂ 10 ਮਹੀਨੇ 1 ਸਾਲ ਵਿੱਚ ਵੀ ਵੈਕਸੀਨੇਟ ਕਰ ਸਕਾਂਗੇ। ਜਿੰਨੀ ਦੇਰ ਤੱਕ ਸੀਰੋ ਪੋਜ਼ਿਟਿਵਿਟੀ 70% ਨਹੀਂ ਹੁੰਦੀ
ਉਨੀ ਦੇਰ ਤੱਕ ਇਹ ਵੇਵਸ ਆਉਂਦੀਆਂ ਰਹਿਣੀਆਂ ਔਰ ਇਸੇ ਤਰ੍ਹਾਂ ਹੀ ਚੱਲਣਾ ਹੈ। ਨਹੀਂ ਡਾਕਟਰ ਸਾਹਿਬ, ਲੋਕ ਇਹ ਵੀ ਕਹਿੰਦੇ ਨੇ ਕਿ ਦੇਖੋ ਕਈ ਡਾਕਟਰਾਂ ਨੇ ਵੈਕਸੀਨ ਲਗਵਾ ਲਈ, ਕਈ ਲੋਕਾਂ ਨੇ ਵੈਕਸੀਨ ਲਗਵਾ ਲਈ, ਇਨਫੈਕਟ ਦੋਨੋਂ ਡੋਜ਼ ਲਗਵਾ ਲਈਆਂ, ਉਸ ਤੋਂ ਬਾਅਦ ਵੀ ਕਰੋਨਾ ਹੋ ਗਿਆ। ਉਹ ਵੀ ਬੜੀ ਦੁਚਿੱਤੀ ਵਾਲੀ, ਕਨਫਿਊਜ਼ਨ ਵਾਲੀ ਸਥਿਤੀ ਹੈ ਕਿ ਸਰ ਇਹਦੇ ਵਿੱਚ ਅਸੀਂ ਲਗਵਾ ਲਈਏ ਤਾਂ ਉਸ ਤੋਂ ਬਾਅਦ ਵੀ ਬਚਾਂਗੇ ਕਿ ਨਹੀਂ, ਪਤਾ ਸਰ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਨੰਬਰ 1, ਜਦੋਂ ਵੈਕਸੀਨੇਸ਼ਨ ਲੱਗੀ ਹੋਵੇ ਤੁਹਾਨੂੰ ਜੇ ਬਿਮਾਰੀ ਹੋਵੇ ਤਾਂ ਉਹ ਗੰਭੀਰ ਨਹੀਂ ਹੁੰਦੀ, ਸਿਰਫ ਸਿੰਪਟਮ ਆਉਂਦੇ ਆ, ਮਾੜਾ ਜਿਹਾ ਬੁਖਾਰ ਹੁੰਦਾ ਜਾਂ ਖਾਂਸੀ ਹੁੰਦੀ ਆ ਤੇ ਪੇਸ਼ੈਂਟ ਘਰੇ ਹੀ ਠੀਕ ਹੋ ਜਾਂਦਾ। ਨੰਬਰ 2, ਜੇ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਨੰਬਰ 3, ਤੁਸੀਂ ਓਨੀ ਸਪਰੈਡਰ ਨਹੀਂ ਹੁੰਦੇ ਜਿੰਨਾ ਤੁਸੀਂ ਬਿਨਾਂ ਵੈਕਸੀਨ ਤੋਂ ਸਪਰੈਡ ਕਰਦੇ ਆ। ਸੋ ਇਹ 3 ਗੱਲਾਂ ਕਰਕੇ ਐਟਲੀਸਟ ਕੁਛ ਤਾਂ ਪ੍ਰੋਟੈਕਸ਼ਨ ਹੈ ਨਾ। ਨਹੀਂ ਬਿਲਕੁਲ ਠੀਕ ਹੈ। ਤੁਸੀਂ ਕਹਿ ਰਹੇ ਹੋ ਕਿ ਵੈਕਸੀਨੇਸ਼ਨ ਨੂੰ ਵਧਾਉਣਾ ਹੋਏਗਾ ਤੇ ਜ਼ਬਰਦਸਤ ਤਰੀਕੇ ਨਾਲ ਜੇਕਰ ਅਸੀਂ ਕਰੋਨਾ ਦੇ ਨਾਲ ਲੜਨਾ। ਠੀਕ ਹੈ ਸਰ, ਮੇਰੇ ਕੋਲ ਇੱਕ ਦੋ ਹੋਰ ਸਵਾਲ ਨੇ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਪਹਿਲਾਂ ਪਟਿਆਲਾ ਦਾ ਰੁਖ ਕਰ ਲਾਂ, ਉਸ ਤੋਂ ਬਾਅਦ ਡਾਕਟਰ ਬੇਦੀ ਕੋਲ ਜਾਊਂਗਾ। ਪਟਿਆਲਾ ਤੋਂ ਮਨੋਜ ਸ਼ਰਮਾ ਸਾਡੇ ਨਾਲ ਨੇ। ਮਨੋਜ, ਰਾਜਿੰਦਰਾ ਹਸਪਤਾਲ ਬਹੁਤ ਚਰਚਾਵਾਂ ਦੇ ਵਿੱਚ ਰਹਿੰਦਾ। ਇਸ ਵਿਚਾਲੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਰੋਹਿਤ ਗੌੜ ਵੀ ਸਾਡੇ ਸਹਿਯੋਗੀ ਜੁੜ ਚੁੱਕੇ ਨੇ। ਲੁਧਿਆਣਾ ਤੋਂ ਵੀ ਅਸੀਂ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਇਸ ਸਮੇਂ ਕੀ ਕੁਝ ਮਾਹੌਲ ਹੈ। ਮਨੋਜ, ਤੁਹਾਡੇ ਕੋਲ ਜਾਣਕਾਰੀ ਕੀ ਹੈ ਰਾਜਿੰਦਰਾ ਨੂੰ ਲੈ ਕੇ, ਜਾਂ ਜਿਹੜੇ ਪਟਿਆਲੇ ਦੇ ਵੱਡੇ ਹਸਪੀਟਲ ਨੇ ਉਹਨਾਂ ਨੂੰ ਲੈ ਕੇ? ਬੈੱਡ ਦੀ ਉੱਥੇ ਇਸ ਸਮੇਂ ਕੀ ਸਥਿਤੀ ਹੈ? ਵੈਂਟੀਲੇਟਰ, ਆਈਸੀਯੂ, ਕੀ ਕੁਝ ਸਥਿਤੀ ਤੁਹਾਡੇ ਕੋਲ, ਕੀ ਪ੍ਰਸ਼ਾਸਨ ਕਹਿ ਰਿਹਾ ਹੈ? ਗੌਰਵ ਜੀ, ਜਿਹੜੀ ਹੁਣ ਤੱਕ ਸਾਨੂੰ ਅੰਕੜੇ ਪ੍ਰਾਪਤ ਹੋਏ ਨੇ, ਆਪਾਂ ਕਹਿ ਸਕਦੇ ਕਿ ਜਿਹੜਾ ਰਾਜਿੰਦਰਾ ਹਸਪੀਟਲ ਆ ਉਹਦੇ ਵਿੱਚ 600 ਬੈੱਡ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਕੁੱਲ ਮਿਲਾ ਕੇ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ 1197 ਬੈੱਡ ਨੇ ਜਿਨ੍ਹਾਂ ਦੇ ਉੱਪਰ ਕਰੋਨਾ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਰੱਖਿਆ ਜਾ ਸਕਦਾ। ਤੇ 340 ਦੇ ਕਰੀਬ ਫਿਲਹਾਲ ਉਹਨਾਂ ਦੇ ਉੱਪਰ ਮਰੀਜ਼ ਪਏ ਨੇਗੇ। ਆਪਾਂ ਕਹਿ ਸਕਦੇ ਕਿ ਉਹ ਕਰੋਨਾ ਦੇ ਜਿਹੜੇ ਪੋਜ਼ਿਟਿਵ ਨੇ ਉਹਨਾਂ ਦਾ ਇਲਾਜ ਚੱਲ ਰਿਹਾ। ਤੇ ਦੂਜੇ ਪਾਸੇ 126 ਵੈਂਟੀਲੇਟਰ ਨੇ ਜਿਹਦੇ ਵਿੱਚੋਂ 99 ਗੌਰਵ ਜੀ ਇਕੱਲੇ ਰਾਜਿੰਦਰਾ ਹਸਪੀਟਲ ਦੇ ਵਿੱਚ ਮੌਜੂਦ ਨੇ। ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਜਿਹੜਾ ਰਾਜਿੰਦਰਾ ਹਸਪੀਟਲ ਹੈ ਇਕੱਲੇ ਪਟਿਆਲੇ ਦਾ ਨਹੀਂ ਹੈਗਾ, ਪੂਰੇ ਮਾਲਵਾ ਬੈਲਟ ਹੈ ਜਿਹੜੀ ਬਠਿੰਡੇ ਤੱਕ ਜੇ ਅਸੀਂ ਗੱਲ ਕਰੀਏ ਤਾਂ ਬਠਿੰਡੇ ਤੋਂ ਲੈ ਕੇ ਪਟਿਆਲੇ ਤੱਕ ਤੇ ਦੂਜੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਜਿਹੜੇ ਕਰੋਨਾ ਪੋਜ਼ਿਟਿਵ ਗੰਭੀਰ ਹਾਲਤ 'ਚ ਮਰੀਜ਼ ਨੇ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਹੈ। ਕੁੱਲ ਮਿਲਾ ਕੇ ਹੁਣ ਹਾਲਾਤ ਇਹ ਨੇ ਕਿ ਜਿਸ ਤਰ੍ਹਾਂ ਕਰੋਨਾ ਦੇ ਮਰੀਜ਼ ਵੱਧ ਰਹੇ ਨੇ ਉਹਨਾਂ ਨੂੰ ਲੈ ਕੇ ਚਿੰਤਾ ਵਧਣ ਵਾਲੀ ਗੱਲ ਇਹ ਵੀ ਹੈ ਪ੍ਰਸ਼ਾਸਨ ਦੀ ਵੀ ਤੇ ਸਿਹਤ ਵਿਭਾਗ ਦੀ ਵੀ ਕਿ ਜੇਕਰ ਇਹ ਮਰੀਜ਼ ਜ਼ਿਆਦਾ ਵੱਧਦੇ ਨੇ ਪੂਰੇ ਪੰਜਾਬ ਦੇ ਵਿੱਚ ਤਾਂ ਰਾਜਿੰਦਰਾ ਹਸਪਤਾਲ ਦੇ ਵਿੱਚ ਵੀ ਹਾਲਤ ਗੰਭੀਰ ਹੋ ਜਾਊਗੀ, ਕਿਉਂਕਿ ਜਿਹੜੇ ਬਾਕੀ ਦੇ ਹਸਪਤਾਲ ਨੇ ਉਹ ਵੱਡੇ ਹਸਪਤਾਲ ਨੇ, ਉਹਦੇ ਵਿੱਚ ਆਮ ਵਿਅਕਤੀ ਜਿਹੜਾ ਆਪਣਾ ਇਲਾਜ ਨਹੀਂ ਜਾ ਸਕਦਾ। ਲੋਕ ਜਾਣਨਾ ਚਾਹੁੰਦੇ ਹੋਣਗੇ ਇੱਕ ਚੀਜ਼, ਇੱਕ ਸਵਾਲ ਹੈ, ਕਿਉਂਕਿ ਬਹੁਤ ਸਾਰੇ ਸੂਬਿਆਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹਸਪਤਾਲ ਦੇ ਬਾਹਰ ਲੋਕ ਹੈਗੇ ਨੇ ਤੇ ਉਹਨਾਂ ਨੂੰ ਅੰਦਰ ਬੈੱਡ ਨਹੀਂ ਮਿਲ ਰਿਹਾ, ਜਾਂ ਬੈੱਡ ਦੇ ਉੱਤੇ 2-2 3-3 ਮਰੀਜ਼ਾਂ ਨੂੰ ਰੱਖਣਾ ਪੈ ਰਿਹਾ ਹੈ। ਰਾਜਿੰਦਰਾ ਹਸਪਤਾਲ 'ਚ ਅਜਿਹੀ ਕੋਈ ਸਥਿਤੀ ਤਾਂ ਨਹੀਂ ਹੈ ਕਿ ਜੇਕਰ ਪੇਸ਼ੈਂਟ ਕੋਈ ਪਹੁੰਚਦਾ ਤਾਂ ਬੈੱਡ ਅਵੇਲੇਬਲ ਹੁੰਦਾ ਉਸ ਦੇ ਲਈ? ਜੀ ਬਿਲਕੁਲ ਗੌਰਵ ਜੀ, ਫਿਲਹਾਲ ਹਾਲਾਤ ਇਹ ਨੇ ਕਿ ਜੇਕਰ ਕੋਈ ਗੰਭੀਰ ਹਾਲਤ ਦੇ ਵਿੱਚ ਮਰੀਜ਼ ਆਉਂਦਾ ਜਾਂ ਕਰੋਨਾ ਪੋਜ਼ਿਟਿਵ ਮਰੀਜ਼ ਆਉਂਦਾ ਤਾਂ ਉਹਨੂੰ ਰਾਜਿੰਦਰਾ ਹਸਪਤਾਲ ਦੇ ਵਿੱਚ ਰੱਖਣ ਦੇ ਲਈ ਪੂਰੀਆਂ ਸਹੂਲਤਾਂ ਨੇ। ਪਰ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਕਿ ਰਾਜਿੰਦਰਾ ਹਸਪਤਾਲ ਇਕੱਲੇ ਪਟਿਆਲੇ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਨਹੀਂ ਦੇਖ ਰਿਹਾ, ਪੂਰੇ ਪੰਜਾਬ ਦੇ ਜਿਹੜੇ ਮਰੀਜ਼ ਨੇ ਗੰਭੀਰ ਹਾਲਤ ਮਰੀਜ਼ ਨੇ ਉਹ ਪਟਿਆਲੇ ਦੇ ਵਿੱਚ ਵੀ ਆਉਂਦੇ ਨੇ। ਤੇ ਜੇ ਵੇਵ ਚੱਲਦੀ ਰਹੀ ਹੈ ਜਿਹੜੀ ਕਰੋਨਾ ਦੀ ਸੈਕੰਡ ਲਹਿਰ ਹੈਗੀ, ਜੋ ਇਸ ਤਰ੍ਹਾਂ ਚੱਲਦੀ ਰਹੀ ਤਾਂ ਰਾਜਿੰਦਰਾ ਦੇ ਵਿੱਚ ਵੀ ਉਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ ਜਿਹੜੇ ਦੂਜੇ ਸਟੇਟ ਨੇਗੇ। ਕਿਉਂਕਿ ਪਿਛਲੀ ਜਿਹੜੀ ਕਰੋਨਾ ਦੀ ਲਹਿਰ ਸੀ, ਜਦੋਂ ਪਹਿਲਾਂ ਕਰੋਨਾ ਆਇਆ ਸੀ ਤਾਂ ਰਾਜਿੰਦਰਾ ਹਸਪੀਟਲ ਦੇ ਵਿੱਚ ਵੀ ਇਹ ਸਵਾਲ ਉੱਠੇ ਸੀ ਕਿ ਉੱਥੇ ਸਹੀ ਤਰੀਕੇ ਨਾਲ ਇਲਾਜ ਨਹੀਂ ਹੋ ਰਿਹਾ ਜਾਂ ਮਰੀਜ਼ਾਂ ਦੀ ਜਿਹੜੀ ਮੌਤ ਹੋ ਰਹੀ ਹੈ ਇਲਾਜ ਦੀ ਕਮੀ ਦੇ ਚੱਲਦੇ ਹੋ ਰਹੀ ਹੈ। ਇਸ ਕਰਕੇ ਹੁਣ ਇਹ ਦੇਖਣਾ ਹੋਊਗਾ ਕਿ ਰਾਜਿੰਦਰਾ ਹਸਪੀਟਲ ਦੀ ਜਿਹੜੀ ਹਾਲਤ ਹੈ ਉਹਨੂੰ ਇਸ ਤਰੀਕੇ ਨਾਲ ਦੇਖਿਆ ਜਾਵੇ ਕਿ ਇੱਥੇ ਜਿਹੜੇ ਮਰੀਜ਼ ਆਉਂਦੇ ਉਹਨਾਂ ਦਾ ਸਹੀ ਤਰੀਕੇ ਨਾਲ ਇਲਾਜ ਹੋਵੇ, ਕਿਉਂਕਿ ਰਾਜਿੰਦਰਾ ਹਸਪੀਟਲ ਪੂਰੇ ਮਾਲਵਾ ਦੇ ਮਰੀਜ਼ਾਂ ਨੂੰ ਇੱਥੇ ਦੇਖ ਰਿਹਾ। ਨਾਲ ਹੀ ਅਸੀਂ ਕੋਸ਼ਿਸ਼ ਮਨੋਜ ਆਪਾਂ ਅੱਜ ਤਾਂ ਹੀ ਕੋਸ਼ਿਸ਼ ਕੀਤੀ ਹੈ ਕਿ ਵੱਡੇ ਹਸਪਤਾਲਾਂ ਦਾ ਹਾਲ ਦਿਖਾਈਏ ਕਿ ਜਿਵੇਂ ਅਸੀਂ ਅੰਮ੍ਰਿਤਸਰ ਦਾ ਹਾਲ ਦਿਖਾ ਦਿੱਤਾ, ਉੱਥੇ ਪਠਾਨਕੋਟ ਤੋਂ, ਤਰਨਤਾਰਨ ਤੋਂ, ਗੁਰਦਾਸਪੁਰ ਤੋਂ ਲੋਕ ਪਹੁੰਚਦੇ ਨੇ ਉਸ ਪੂਰੇ ਰੀਜਨ ਦੇ ਵਿੱਚ। ਲੁਧਿਆਣਾ ਦਾ ਵੀ ਮੈਂ ਹਾਲ ਦੱਸਾਂਗਾ। ਇਸੇ ਤਰੀਕੇ ਨਾਲ ਅਸੀਂ ਜਲੰਧਰ ਤੋਂ ਵੀ ਅਪਡੇਟ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਫਰੀਦਕੋਟ ਤੋਂ ਵੀ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਮਾਲਵਾ ਇੱਕ ਵੱਡਾ ਹਿੱਸਾ, ਫਰੀਦਕੋਟ ਦਾ ਜਿਹੜਾ ਮੈਡੀਕਲ ਕਾਲਜ ਆ ਉੱਥੇ ਵੀ ਬਹੁਤ ਲੋਕ ਪਹੁੰਚਦੇ ਨੇ। ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕਰੋਨਾ ਦੀ ਲਪੇਟ 'ਚ ਆ ਗਏ ਨੇ। ਜੀ ਹਾਂ, ਦਿੱਲੀ ਏਮਸ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਕਰੋਨਾ ਹੋ ਗਿਆ ਹੈ। ਇਸ ਸਮੇਂ ਦੀ ਵੱਡੀ ਖਬਰ ਹੈ। ਦਿੱਲੀ ਦੇ ਵਿੱਚ ਜ਼ਬਰਦਸਤ ਰਫ਼ਤਾਰ ਕਰੋਨਾ ਦੀ ਨਜ਼ਰ ਆ ਰਹੀ ਹੈ। ਕਰੋਨਾ ਤਾਂ ਬਿਮਾਰੀ ਅਜਿਹੀ ਬਿਮਾਰੀ ਕੋਈ ਵੀ ਹੋਵੇ, ਉਹ ਕੋਈ ਛੋਟਾ ਵੱਡਾ ਨਹੀਂ ਦੇਖਦੀ ਤੇ ਕੁਝ ਇਸ ਤਰੀਕੇ ਨਾਲ ਇਹ ਤਸਵੀਰਾਂ ਜਾਂ ਇਹ ਖਬਰ ਬਿਆਨ ਕਰਦੀ ਹੈ। ਇਸ ਕਰਕੇ ਅਸੀਂ ਵੀ ਲਗਾਤਾਰ ਤੁਹਾਨੂੰ ਅਪੀਲ ਕਰਦੇ ਹਾਂ ਕਿ ਕਰੋਨਾ ਨੂੰ ਲੈ ਕੇ ਜੋ ਮਰਜ਼ੀ ਅਫਵਾਹਾਂ ਚਰਚਾਵਾਂ ਹੁੰਦੀਆਂ ਹੋਣ, ਪਰ ਤੁਸੀਂ ਆਪਣੇ ਪਰਿਵਾਰ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ ਜ਼ਰੂਰ ਖਿਆਲ ਰੱਖੋ। ਮੂੰਹ ਦੇ ਉੱਤੇ ਮਾਸਕ ਲਗਾਓ, ਬਚਿਆ ਜਾ ਸਕਦਾ ਹੈ। ਜੇ ਇੱਕ ਵਾਰ ਕਰੋਨਾ ਹੁੰਦਾ ਤਾਂ ਫਿਰ ਦਿੱਕਤਾਂ ਹੁੰਦੀਆਂ ਨੇ। ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਸਰਕਾਰ ਦੇ ਵੱਲੋਂ ਡਿਸੀਜਨ ਲਿਆ ਗਿਆ, ਪਰ ਇਸ ਵਿਚਾਲੇ ਜਿਹੜੀ ਵੱਡੀ ਖਬਰ ਇੱਕ ਵਾਰ ਅਸੀਂ ਉਸ ਦੇ ਉੱਤੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ।
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਕਰੋਨਾ ਹੋ ਗਿਆ। ਦਿੱਲੀ ਦੇ ਏਮਸ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ। ਤਾਂ ਵੱਡੀ ਖਬਰ ਹੈ ਇਸ ਸਮੇਂ ਦੀ। ਅਸੀਂ ਵਾਪਸ ਰੁਕ ਕਰਦੇ ਹਾਂ ਪ੍ਰਾਈਮ ਟਾਈਮ 'ਚ ਜੋ ਅੱਜ ਅਸੀਂ ਚਰਚਾ ਕਰ ਰਹੇ ਹਾਂ। ਮੈਂ ਲੁਧਿਆਣਾ ਦਾ ਰੁਕ ਕਰਾਂਗਾ, ਪਰ ਉਸ ਤੋਂ ਪਹਿਲਾਂ ਡਾਕਟਰ ਬੇਦੀ ਦਾ ਇੱਕ ਕਮੈਂਟ ਜ਼ਰੂਰ ਲੈਣਾ। ਡਾਕਟਰ ਸਾਹਿਬ, ਵੇਵ 1 ਤੇ ਵੇਵ 2 'ਚ ਫਰਕ ਕੀ ਹੈ? ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਦੇਖੋ ਪਿਛਲੇ 15 ਦਿਨਾਂ ਦੇ ਵਿੱਚ ਮਾਮਲੇ ਦੇਸ਼ ਦੇ ਵਿੱਚ ਡਬਲ ਟ੍ਰਿਪਲ ਸਾਹਮਣੇ ਆ ਰਹੇ ਨੇ। ਮੈਂ ਪੰਜਾਬ ਦਾ ਪਿਛਲੇ 5-6 ਦਿਨਾਂ 'ਚ ਜ਼ਿਕਰ ਕਰਾਂ ਤਾਂ 2000 ਪਹਿਲਾਂ 3000 ਦੇ ਕਰੀਬ ਸੀ, ਪਿਛਲੇ 5-6 ਦਿਨਾਂ 'ਚ ਗਿਣਤੀ 5000 ਤੱਕ ਪਹੁੰਚ ਗਈ। 2000 ਦਾ ਇਜ਼ਾਫਾ ਹੋ ਗਿਆ। ਵੇਵ 1 ਵੇਵ 2 'ਚ ਕੀ ਫਰਕ ਨਜ਼ਰ ਆ ਰਿਹਾ ਹੈ ਕਿ ਵਾਕਈ ਹੀ ਇਹ ਬਹੁਤ ਘਾਤਕ ਹੈ? ਪਹਿਲੀ ਗੱਲ ਤਾਂ ਮੈਂ ਇਹ 3000 ਤੇ 5000 ਵਾਲੀ ਗੱਲ ਕਰਾਂਗਾ। ਅਸੀਂ ਕਹਿ ਰਹੇ ਹਾਂ ਕਿ ਪਹਿਲੇ 3000 ਪੋਜ਼ਿਟਿਵ ਸੀ, ਹੁਣ 5000 ਪੋਜ਼ਿਟਿਵ ਆ ਗਏ ਹੈ ਜੀ। ਜੇ ਅਸੀਂ ਰਿਐਲਿਟੀ 'ਚ ਦੇਖੀਏ 5000 ਐਕਚੁਅਲ ਨੰਬਰ ਹੋ ਨਹੀਂ ਸਕਦਾ। ਸਾਰੇ ਲੋਕੀ ਟੈਸਟ ਨਹੀਂ ਕਰਾ ਰਹੇ। ਕੋਰੋਨਾ ਇਸ ਤੋਂ ਬਹੁਤ ਜ਼ਿਆਦਾ ਹੈ। ਅਸੀਂ ਇਹ ਵੀ ਦੇਖ ਰਹੇ ਹਾਂ, ਬੀਇੰਗ ਡਾਕਟਰਸ ਅਸੀਂ ਦੇਖ ਰਹੇ ਹਾਂ, ਅਸੀਂ ਐਡਵਾਈਸ ਕਰਦੇ ਹਾਂ ਪੇਸ਼ੈਂਟ ਨੂੰ, ਫੈਮਿਲੀ ਦਾ ਇੱਕ ਮੈਂਬਰ ਪੋਜ਼ਿਟਿਵ ਆਂਦਾ ਹੈ, ਬਾਕੀ ਸਾਰੇ ਸਿੰਪਟਮਸ ਉਹਨਾਂ ਨੂੰ ਹੈ, ਉਹ ਇੱਕ ਬੰਦਾ ਹੀ ਟੈਸਟ ਕਰਾਂਦਾ ਹੈ, ਬਾਕੀ 5 ਨਹੀਂ ਟੈਸਟ ਕਰਾਂਦੇ। ਸੋ ਪਹਿਲੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੇਬੀ ਇਹ ਨੰਬਰ 5000 ਦੀ ਜਗ੍ਹਾ ਬਹੁਤ ਜ਼ਿਆਦਾ ਵੀ ਹੋ ਸਕਦਾ ਹੈ। ਤੁਹਾਡਾ ਕੁਐਸਚਨ ਜਿਹੜਾ ਸੀ ਕਿ ਪਹਿਲੀ ਵੇਵ ਵਰਸਸ ਸੈਕੰਡ ਵੇਵ, ਜੀ ਹੁਣ ਹਰ ਚੀਜ਼ ਨਾ ਹਿਸਟਰੀ ਤੋਂ ਸਿੱਖਦੇ ਆ। ਸਪੈਨਿਸ਼ ਫਲੂ ਜਿਹੜਾ ਹੋਇਆ ਸੀ ਉਹਦੇ ਵਿੱਚ ਸਾਰੀ ਡਿਸਟਰਕਸ਼ਨ ਸੈਕੰਡ ਵੇਵ ਨਹੀਂ ਕੀਤੀ ਸੀ, ਤੇ ਅਸੀਂ ਉਸ ਚੀਜ਼ ਤੋਂ ਸਿੱਖੇ ਨਹੀਂ। ਸੇਮ ਚਰਚਾ ਅਸੀਂ ਨਿਊਜ਼ 18 ਤੇ 1 ਸਾਲ ਪਹਿਲੇ ਵੀ ਮੈਂ ਆ ਕੇ ਕੀਤੀ ਸੀ ਕਿ ਸਾਡਾ ਜਿਹੜਾ ਹੈ ਵੈਂਟੀਲੇਟਰਸ ਦੀ ਕਮੀ ਹੈ, ਬੈੱਡ ਦੀ ਕਮੀ ਹੈ, ਆਕਸੀਜਨ ਦੀ ਕਮੀ ਹੈ। 1 ਸਾਲ ਲੰਘ ਗਿਆ ਪੂਰਾ, ਸਟਿਲ ਸਾਡੇ ਚਰਚੇ ਇਹੀ ਨੇ। ਠੀਕ ਹੈ, ਤੇ ਸਾਇੰਟੀਫਿਕਲੀ ਜੇ ਮੈਂ ਗੱਲ ਦੱਸਾਂ ਕਿਉਂ ਇਹ ਡਿਫਰੈਂਸ ਆ ਰਿਹਾ ਹੈ, ਪਹਿਲੀ ਗੱਲ ਹੈ ਵਾਇਰਸ ਜਿਹੜਾ ਹੈ ਮਿਊਟੇਟ ਕਰਦਾ ਹੈ। ਅਸੀਂ ਅੱਜ ਕੱਲ ਸੁਣ ਰਹੇ ਹਾਂ ਕਿ ਯੂਕੇ ਸਟ੍ਰੇਨ ਆ ਗਿਆ, ਅਫਰੀਕਾ ਸਟ੍ਰੇਨ ਆ ਗਿਆ, ਵਾਇਰਸ ਸਾਡਾ ਚੇਂਜ ਹੋ ਰਿਹਾ ਹੈ, ਇਹ ਮਿਊਟੇਟ ਕਰ ਰਿਹਾ ਹੈ। ਡਬਲ ਮਿਊਟੇਸ਼ਨ ਵਾਇਰਸ ਅਸੀਂ ਗੱਲ ਕਰ ਰਹੇ ਹਾਂ। ਇਹ ਵਾਇਰਸ ਚੰਗੇ ਲਈ ਵੀ ਮਿਊਟੇਟ ਕਰਦਾ ਹੈ, ਬੁਰੇ ਲਈ ਵੀ ਮਿਊਟੇਟ ਕਰਦਾ ਹੈ। ਜਿਹੜਾ ਪਿਛਲਾ ਵੇਵ ਸੀਗਾ ਇੰਡੀਆ ਵਿੱਚ, ਥੈਂਕਫੁਲੀ ਉਹਨੇ ਇੰਨੀ ਜ਼ਿਆਦਾ ਡਿਸਟਰਕਸ਼ਨ ਕਾਜ਼ ਨਹੀਂ ਕੀਤੀ, ਮਤਲਬ ਸੀਰੀਅਸ ਸਿੰਪਟਮ ਨਹੀਂ ਕਾਜ਼ ਕੀਤੇ ਜੀ, ਤੇ ਬੱਚਿਆਂ ਨੂੰ ਵੀ ਇਫੈਕਟ ਕਰ ਰਿਹਾ ਸੀ। ਹੁਣ ਅਸੀਂ ਦੇਖ ਰਹੇ ਕਿ ਜਿਹੜਾ ਇਹ ਨਵਾਂ ਵੇਰੀਐਂਟ ਆਇਆ ਵਾਇਰਸ ਦਾ, ਇਹ ਬਹੁਤ ਛੇਤੀ ਫੈਲਦਾ ਹੈ। ਪਹਿਲੇ ਗੱਲ ਹੋ ਰਹੀ ਸੀ ਕਿ ਵਾਇਰਸ ਨੂੰ 5 to 7 ਡੇਜ਼ ਲੱਗਦੇ ਹਨ, ਜਿਹੜਾ ਇਨਕਿਊਬੇਸ਼ਨ ਪੀਰੀਅਡ ਟਾਈਮ ਹੁੰਦਾ ਹੈ ਬਿਮਾਰੀ ਨੂੰ ਪ੍ਰੋਪਰਲੀ ਆਉਣ ਨੂੰ, ਸਿੰਪਟਮਸ ਦਿਖਾਉਣ ਨੂੰ। ਹੁਣ ਦੇਖ ਰਹੇ ਕਿ ਸੈਕਿੰਡ ਡੇ ਤੇ ਹੀ ਬਿਮਾਰੀ ਬਹੁਤ ਸੀਰੀਅਸ ਹੋ ਰਹੀ ਹੈ। ਸੋ ਇਹ ਵੇਰੀਏਸ਼ਨ ਤੇ ਮਿਊਟੈਂਟ ਕਰਕੇ ਜਿਹੜਾ ਹੈ ਅਸੀਂ ਦੇਖ ਰਹੇ ਕਿ ਸੀਰੀਅਸਨੈਸ ਤੇ ਇਨਫੈਕਟਿਵਿਟੀ ਬਹੁਤ ਜ਼ਿਆਦਾ ਵੱਧ ਗਈ ਹੈ ਜੀ, ਤੇ ਇਹ ਬਹੁਤ ਹੀ ਖਤਰਨਾਕ ਚੀਜ਼ ਹੈ। ਠੀਕ ਹੈ, ਤੁਸੀਂ ਖਤਰਨਾਕ ਕਹਿ ਰਹੇ ਹੋ ਸਰ। ਮੈਂ ਤੁਹਾਡੇ ਕੋਲ ਵਾਪਸ ਸੁਣਨਾ, ਮੈਂ ਇੱਕ ਵਾਰ ਰੁਕ ਕਰ ਲਵਾਂ। ਸਾਡੇ ਰੋਹਿਤ ਗੋਡ ਸਹਿਯੋਗੀ ਜੁੜੇ ਹੋਏ ਨੇ ਲੁਧਿਆਣਾ ਤੋਂ। ਰੋਹਿਤ, ਲੁਧਿਆਣਾ ਦੀ ਸਥਿਤੀ ਸਮਝਾ ਦਿਓ ਇੱਕ ਵਾਰ ਜਲਦੀ ਦੇ ਨਾਲ ਕਿ ਉੱਥੇ ਇਸ ਸਮੇਂ ਸਥਿਤੀ ਕੀ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਨਰੇਸ਼ ਸੇਠੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਫਰੀਦਕੋਟ ਦਾ ਹਾਲ ਦੱਸਣਗੇ। ਰੋਹਿਤ, ਪਹਿਲਾਂ ਲੁਧਿਆਣਾ ਦਾ ਹਾਲ ਦੱਸ ਦਿਓ। ਬੈੱਡ, ਵੈਂਟੀਲੇਟਰ, ਆਈਸੀਯੂ ਕੀ ਕਮੀ ਹੈ ਇਸ ਸਮੇਂ? ਇੰਤਜ਼ਾਮ ਮੁਕੰਮਲ ਨੇ ਜਾਂ ਕਿਵੇਂ ਇਸ ਸਮੇਂ ਦੀ ਹਾਲਾਤ ਲੁਧਿਆਣਾ ਦੇ ਵਿੱਚ? ਜੀ ਬਿਲਕੁਲ ਗੌਰਵ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਤਿਆਰੀ ਹੈਗੀ ਹੈ ਉਹ ਮੁਕੰਮਲ ਹੈਗੀ ਹੈ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਹੈ ਕਿ ਮੁਕੰਮਲ ਤਿਆਰੀ ਕੀਤੀ ਹੋਈ ਹੈ, ਕਿਉਂਕਿ ਅੱਜ ਦੇ ਜਿਹੜੇ ਸਿਵਲ ਸਰਜਨ, ਜਿਹੜੇ ਲੁਧਿਆਣਾ ਦੇ ਸਿਵਲ ਸਰਜਨ ਹੈਗੇ, ਉਹਨਾਂ ਨਾਲ ਅਸੀਂ ਗੱਲ ਕੀਤੀ ਸੀਗੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਅਸੀਂ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਨੇ, ਤਮਾਮ ਲੁਧਿਆਣਾ ਦੇ ਪ੍ਰਾਈਵੇਟ ਹਸਪੀਟਲ ਹੈਗੇ ਆ, ਉਹਨਾਂ ਦੇ ਵਿੱਚ ਅਸੀਂ ਬੈੱਡਾਂ ਦੀ ਸੰਖਿਆ ਵਧਾ ਦਿੱਤੀ ਹੈ। ਲਗਭਗ ਜਿਹੜੇ 800 ਦੇ ਕਰੀਬ ਪਹਿਲਾਂ ਬੈੱਡ ਸੀਗੇ, ਉਹਨਾਂ ਦੀ ਸੰਖਿਆ ਵਧਾ ਕੇ ਹੁਣ 1400 ਕਰ ਦਿੱਤੀ ਗਈ ਹੈ। ਔਰ ਸਰਕਾਰੀ ਜਿਹੜਾ ਸਿਵਲ ਹਸਪੀਟਲ ਸੀਗਾ, ਉੱਥੇ ਜਿਹੜਾ 100 ਦੇ ਕਰੀਬ ਬੈੱਡ ਸੀਗੇ, ਉਹਨਾਂ ਨੂੰ ਵਧਾ ਕੇ 150 250 ਕਰ ਦਿੱਤੀ ਗਈ ਹੈ। ਤੇ ਦੂਜੇ ਪਾਸੇ ਪਰ ਇੱਕ ਸਵਾਲ ਹੈ ਕਿ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਵੈਂਟੀਲੇਟਰ ਹੈਗੇ ਆ, ਜਿਨ੍ਹਾਂ ਉੱਤੇ ਆਕਸੀਜਨ ਜਿਸ ਵੇਲੇ, ਕਿਉਂਕਿ ਕ੍ਰਿਟੀਕਲ ਜੋ ਕੰਡੀਸ਼ਨ ਹੁੰਦੀ ਹੈ ਕਰੋਨਾ ਦੇ ਮਰੀਜ਼ ਦੀ, ਤਾਂ ਉਸ ਤੋਂ ਬਾਅਦ ਉਸਨੂੰ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ। ਔਰ ਵੈਂਟੀਲੇਟਰ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਸਿਰਫ 147 ਹੀ ਹੈਗੇ ਆ, 147, ਜਦਕਿ ਲੁਧਿਆਣਾ ਸ਼ਹਿਰ ਦੀ ਜਿਹੜੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ 35 ਲੱਖ ਦੇ ਕਰੀਬ ਆਬਾਦੀ ਹੈਗੀ ਹੈ। ਔਰ ਕਰੋਨਾ ਮਰੀਜ਼ਾਂ ਦੀ ਜਿਹੜੀ ਜੇਕਰ ਸੰਖਿਆ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 3 ਦਿਨਾਂ ਦੀ ਜੇ ਅਗਰ ਮੈਂ ਤੁਹਾਨੂੰ ਡਾਟਾ ਦੱਸਾਂ ਤਾਂ 17 ਤਰੀਕ ਨੂੰ ਸਭ ਤੋਂ ਜ਼ਿਆਦਾ ਜਿਹੜੇ ਆંકੜੇ ਸੀ ਉਹ ਨਿਕਲ ਕੇ ਸਾਹਮਣੇ ਆਏ ਸੀ। 835 ਆંકੜੇ ਜਿਹੜੇ ਸੀ ਕਰੋਨਾ ਮਰੀਜ਼ਾਂ ਦੇ, ਟੋਟਲ ਵੈਂਟੀਲੇਟਰ ਨੇ, ਇਹਨਾਂ ਦੇ ਵਿੱਚੋਂ ਕਿੰਨੇ ਇਸਤੇਮਾਲ ਇਸ ਸਮੇਂ ਹੋ ਰਹੇ ਨੇ, ਕੋਈ ਜਾਣਕਾਰੀ ਹੈ? ਗੌਰਵ ਬਿਲਕੁਲ ਇਸ ਵੇਲੇ ਜੇਕਰ ਅਸੀਂ ਗੱਲ ਕਰੀਏ ਤਾਂ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਵੈਂਟੀਲੇਟਰ ਤਕਰੀਬਨ ਯੂਜ਼ ਹੁੰਦੇ ਰਹਿੰਦੇ ਆ, ਪਰ ਇਸ ਵੇਲੇ ਦੀ ਕੰਡੀਸ਼ਨ ਦੇ ਮੁਤਾਬਿਕ ਜੇਕਰ ਅਸੀਂ ਆંકੜਿਆਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਲਗਭਗ 50% ਜਿਹੜੇ ਵੈਂਟੀਲੇਟਰ ਹੈਗੇ ਨੇ ਉਹ ਜਿਹੜੇ ਪ੍ਰਾਈਵੇਟ ਹਸਪੀਟਲਾਂ 'ਚ ਇਸ ਲਈ ਯੂਜ਼ ਕੀਤੇ ਜਾ ਰਹੇ ਨੇ ਤੇ 50% ਅਜੇ ਬੈਕਅਪ ਤੇ ਪਏ ਨੇ। ਪਰ ਜੇ ਅਗਰ ਆંકੜੇ ਜਿਹੜੇ ਬੋਲਦੇ ਪਏ ਨੇ ਉਹ ਆંકੜਿਆਂ ਦੇ ਹਿਸਾਬ ਨਾਲ ਤਾਂ ਇਹ ਜਿਹੜੀ ਵੈਂਟੀਲੇਟਰ ਦੀ ਸੰਖਿਆ ਹੈਗੀ ਕੁਝ ਵੀ ਹੈ ਨਹੀਂ,
ਕਿਉਂਕਿ ਅੱਜ ਦੀ ਜਿਹੜੀ ਆંકੜੇ ਹੈਗੇ ਨੇ ਉਹ 758 ਦੇ ਹੈਗੇ ਨੇ। 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਦਾ ਆंकड़ा ਜਿਹੜਾ ਹੈਗਾ ਵਾ 758 ਤੇ 14 ਲੋਕ ਮੌਤ ਦੇ ਸੂਲੀ ਚੜ ਚੁੱਕੇ ਨੇ ਕਰੋਨਾ ਦੇ ਜ਼ਰੀਏ। ਤਾਂ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਪੱਖੋਂ ਜਿਹੜੀ ਤਿਆਰੀਆਂ ਵਾ, ਜੇਕਰ ਤਿਆਰੀਆਂ ਹੈਗੀਆਂ, ਤਿਆਰੀਆਂ ਜ਼ਰੂਰ ਹੈਗੀਆਂ। ਬਿਲਕੁਲ ਉਹੀ ਪੁਆਇੰਟ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰਸ਼ਾਸਨ ਤਾਂ ਕਹਿ ਰਿਹਾ, ਸਿਹਤ ਡਿਪਾਰਟਮੈਂਟ ਕਹਿੰਦਾ ਕਿ ਸਾਡੇ ਕੋਲ ਤਿਆਰੀ ਪੂਰੀ ਹੈ, ਪਰ ਇਹ 5000 ਕੇਸਾਂ ਦੇ ਲਈ ਹੈਗੀ ਹੈ। ਦਿੱਲੀ ਦੇ ਵਿੱਚ ਇੱਕ ਦਿਨ 'ਚ 25000 ਕੇਸ ਨੇ। ਪਰਮਾਤਮਾ ਨਾ ਕਰੇ ਕਿ ਪੰਜਾਬ ਨੂੰ ਅਜਿਹਾ ਦਿਨ ਦੇਖਣਾ ਪਵੇ, ਪਰ ਕੀ ਜੇ ਅਜਿਹਾ ਕੁਝ ਹੁੰਦਾ ਤਾਂ ਪੰਜਾਬ ਦੇ ਕੋਲ ਕੋਈ ਪਲਾਨ B ਹੈ? ਇਹੀ ਇੱਕ ਵੱਡਾ ਸਵਾਲ ਹੈ। ਮੈਂ ਉਸ ਤੋਂ ਬਾਅਦ ਰੁਕ ਕਰ ਲੈਣਾ ਇੱਕ ਵਾਰੀ ਨਰੇਸ਼ ਸੇਠੀ ਦਾ, ਸਾਡੇ ਸਹਿਯੋਗੀ ਫਰੀਦਕੋਟ ਤੋਂ ਸਾਡੇ ਨਾਲ ਨੇ। ਨਰੇਸ਼, ਸਮਝਾਓ ਜ਼ਰਾ, ਫਰੀਦਕੋਟ ਵੀ ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚਦੇ ਨੇ ਇਲਾਜ ਦੇ ਲਈ, ਮੈਡੀਕਲ ਕਾਲਜ ਹੈ ਉੱਥੇ ਵੱਡਾ, ਉੱਥੇ ਇਸ ਸਮੇਂ ਕੀ ਸਥਿਤੀ ਹੈ ICU ਦੀ, ਬੈੱਡਸ ਦੀ ਜਾਂ ਵੈਂਟੀਲੇਟਰਸ ਦੀ? ਫਰੀਦਕੋਟ ਦੀ ਗੱਲ ਕਰੀਏ, ਫਰੀਦਕੋਟ ਵਿੱਚ ਇੱਕ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਜਿਸ ਨੂੰ ਕਿ 5 ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ, ਜਿਹੜੇ ਉਹਨਾਂ ਮਰੀਜ਼ਾਂ ਨੂੰ ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੁੰਦੀ ਹੈ, ਫਰੀਦਕੋਟ ਰੈਫਰ ਕੀਤਾ ਜਾਂਦਾ। ਔਰ ਫਰੀਦਕੋਟ ਵਿੱਚ ਗੱਲ ਕਰੀਏ ਤਾਂ ਇਸ ਹਸਪਤਾਲ ਵਿੱਚ 2 ਆਈਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਨੇ, ਜਿਨ੍ਹਾਂ ਵਿੱਚ 150 ਤੋਂ ਲੈ ਕੇ 200 ਦੇ ਕਰੀਬ ਜਿਹੜੇ ਬੈੱਡ ਇਸ ਵੇਲੇ ਤਿਆਰ ਨੇ, ਔਰ ਇਹਨਾਂ ਦੀ ਗਿਣਤੀ 1000 ਤੱਕ ਵੀ ਵਧਾਈ ਜਾ ਸਕਦੀ ਹੈ। ਸਮਾਂ ਪੈਣ ਤੇ ਅਗਰ ਮਰੀਜ਼ ਹੋਰ ਗਿਣਤੀ ਉਹਨਾਂ ਦੀ ਵੱਧਦੀ ਤਾਂ 1000 ਤੱਕ ਇਹਨਾਂ ਦੀ ਗਿਣਤੀ ਜਿਹੜੀ ਵਧਾਈ ਜਾ ਸਕਦੀ ਹੈ, ਪਰ ਸਮੇਂ ਦੇ ਅਨੁਸਾਰ ਜਿਹੜੀ ਵਾਰਡ ਉਸ ਅਨੁਸਾਰ ਹੀ ਖਾਲੀ ਕਰਾਏ ਜਾਣਗੇ। ਪਰ ਫਿਲਹਾਲ ਗੱਲ ਕਰੀਏ ਤਾਂ ਇਹਨਾਂ ਜ਼ਿਲ੍ਹਿਆਂ ਵਿੱਚ ਜਿਹੜੀ ਸਥਿਤੀ ਹੈ ਜ਼ਿਆਦਾ ਚਿੰਤਾਜਨਕ ਨਹੀਂ ਹੈ, ਔਰ ਇੱਥੇ ਜਿਹੜਾ ਠੀਕ ਹੋਣ ਦੀ ਦਰ ਵੀ ਕਾਫੀ ਜ਼ਿਆਦਾ ਹੈ। ਔਰ ਦੂਸਰੇ ਪਾਸੇ ਗੱਲ ਕਰੀਏ ਤਾਂ ਹਸਪਤਾਲ ਵਿੱਚ ਸਿਰਫ ਉਹਨਾਂ ਮਰੀਜ਼ਾਂ ਨੂੰ ਹੀ ਦਾਖਲ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਹੁੰਦੀ ਹੈ। ਜ਼ਿਆਦਾ ਮਰੀਜ਼ਾਂ ਨੂੰ ਜਿਹੜਾ ਹੋਮ ਆਈਸੋਲੇਟ ਕਰਕੇ ਉਹਨਾਂ ਦਾ ਜਿਹੜਾ ਇਲਾਜ ਕੀਤਾ ਜਾਂਦਾ, ਇਸ ਕਰਕੇ ਜ਼ਿਆਦਾ ਸਟ੍ਰੈਸ ਇਹਨਾਂ ਹਸਪਤਾਲਾਂ ਦੇ ਵਿੱਚ ਨਹੀਂ ਹੈ। ਔਰ ਦੂਸਰੇ ਪਾਸੇ ਗੱਲ ਕਰੀਏ ਤਾਂ 82 ਦੇ ਕਰੀਬ ਵੈਂਟੀਲੇਟਰ ਜਿਹੜੇ ਇਸ ਹਸਪਤਾਲ ਵਿੱਚ ਨੇ, ਜਿਨ੍ਹਾਂ ਵਿੱਚੋਂ ਸਿਰਫ 28 ਜਿਹੜੇ ਇਸ ਵਕਤ ਦੇ ਯੂਜ਼ ਵਿੱਚ ਨੇ, ਔਰ ਬਾਕੀ ਜਿਹੜੇ 64 ਦੇ ਕਰੀਬ ਜਿਹੜੇ ਵੈਂਟੀਲੇਟਰ ਨੇ ਇਸਤੇਮਾਲ ਕੀਤੇ ਜਾ ਸਕਦੇ ਨੇ ਅਗਰ ਮਰੀਜ਼ਾਂ ਦੀ ਗਿਣਤੀ ਵੱਧਦੀ ਹੈ। ਤਾਂ ਦੂਸਰੇ ਪਾਸੇ ਆਕਸੀਜਨ ਦੀ ਗੱਲ ਕੀਤੀ ਜਾਂਦੀ ਸੀ ਕਿ ਕਈ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਸੀ, ਪਰ ਇੱਥੇ ਭਾਰਤ ਸਰਕਾਰ ਵੱਲੋਂ ਇੱਕ ਜਿਹੜਾ ਆਕਸੀਜਨ ਜਨਰੇਟ ਪਲਾਂਟ ਲਾਇਆ ਗਿਆ, ਜਿਸ ਵਿੱਚ ਰੋਜ਼ਾਨਾ ਇੱਕ ਜਿਹੜਾ ਟੈਂਕ ਜਿਹੜਾ ਲਿਕੁਇਡ ਆਕਸੀਜਨ ਦਾ ਤਿਆਰ ਕੀਤਾ ਜਾ ਸਕਦਾ ਹੈ। ਔਰ ਇਸ ਦੇ ਮੰਨ ਕੇ ਚੱਲੀਏ ਤਾਂ ਇਸ ਹਸਪਤਾਲ ਵਿੱਚ ਆਕਸੀਜਨ ਦੀ ਵੀ ਜ਼ਿਆਦਾ ਕਮੀ ਨਹੀਂ ਹੈ, ਪਰ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਜੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਅਗਰ ਆਉਣ ਵਾਲੇ ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਹੋਰ ਵੱਧਦੀ ਹੈ ਤਾਂ ਸક્ષਮ ਹੈ ਇਹ ਹਸਪਤਾਲ ਕਿ ਉਹਨਾਂ ਮਰੀਜ਼ਾਂ ਨੂੰ ਜਲਦ ਸੰਭਾਲ ਸਕਦਾ ਹੈ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਨਰੇਸ਼ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਜੌਹਲ ਸਾਹਿਬ, ਮੈਂ ਇੱਕ ਮਿੰਟ ਤੁਹਾਡਾ ਚਾਹਾਂਗਾ ਕਿ ਇਸ ਸਮੇਂ ਮੌਜੂਦਾ ਸਥਿਤੀ ਦੇ ਵਿੱਚ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਮੁਕੰਮਲ ਇੰਤਜ਼ਾਮ ਹੈਗੇ ਨੇ। ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਵਾਕਈ ਹੀ ਡਾਕਟਰ ਸਮਝਦੇ ਨੇ ਕਿ ਜੇਕਰ ਦਿੱਕਤ ਹੁੰਦੀ ਹੈ ਤਾਂ ਕਰਿਆ ਕੀ ਜਾਵੇ। ਹਸਪਤਾਲ ਇੰਨੇ ਸਮਰੱਥ ਹੈ ਨੇ ਪੰਜਾਬ ਦੇ ਕਿ ਸੰਭਾਲ ਲੈਣਗੇ ਸਾਰਾ ਕੁਝ। ਦਿੱਲੀ ਵਰਗਾ ਹਾਲਾਤ ਨਾ ਹੋਵੇ, ਮੈਂ ਬਾਰ-ਬਾਰ ਕਹਿ ਰਿਹਾ, ਪਰ ਜੇ ਹੋ ਗਏ ਤਾਂ ਕੀ ਕਰਾਂਗੇ? ਦੇਖੋ, ਜੋ ਇਸ ਵੇਲੇ ਹਾਲਾਤ ਆ ਉਹ ਬਹੁਤਾ ਜ਼ਿਆਦਾ ਬੁਰੇ ਨਹੀਂ ਹੈਗੇ। ਮੇਰੇ ਹਸਪਤਾਲ ਦੇ ਵਿੱਚ ਤਕਰੀਬਨ 60 ਬੈੱਡ ਕੋਵਿਡ ਲਈ ਅਸੀਂ ਦਿੱਤੇ ਹੋਏ ਆ, ਜਿਹਦੇ ਚੋਂ ਤਕਰੀਬਨ 75% ਭਰੇ ਹੋਏ ਆ। ਅੱਜ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਣਗੇ ਮੇਰੇ ਦਰਸ਼ਕ ਕਿ ਸਾਡੀ ਐਂਬੂਲੈਂਸ ਦਿੱਲੀ ਤੋਂ ਜਾ ਕੇ 2 ਪੇਸ਼ੈਂਟ ਕੋਵਿਡ ਦੇ ਲੈ ਕੇ ਆਈ ਆਕਸੀਜਨ ਦੇ ਉੱਤੇ, ਔਰ 2 ਪੇਸ਼ੈਂਟ ਇਸ ਵੇਲੇ ਰਸਤੇ ਵਿੱਚ ਆ ਜਿਹੜੇ ਦਿੱਲੀ ਤੋਂ ਆ ਰਹੇ ਆ ਜਲੰਧਰ ਇਲਾਜ ਕਰਾਉਣ ਲਈ। ਪੰਜਾਬ ਵਿੱਚ ਇਹੋ ਜਿਹੇ ਹਾਲਾਤ ਨਹੀਂ ਹੈਗੇ। ਦੂਜੀ ਗੱਲ ਆਕਸੀਜਨ ਦੀ ਰਹੀ, ਪਿਛਲੀ ਵਾਰੀ ਸਾਨੂੰ ਕਾਫੀ ਪ੍ਰੋਬਲਮ ਹੋਈ ਸੀ, ਪਰ ਇਸ ਵਾਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇੰਤਜ਼ਾਮ ਬੈਟਰ ਕੀਤੇ ਆ। ਸੋ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਥੋੜੀ ਬਹੁਤ ਮਾਮੂਲੀ ਜਿਹੀ ਹੋਈ ਆ, ਪਰ ਜ਼ਿਆਦਾ ਨਹੀਂ ਹੋਈ। ਮੈਨੂੰ ਜੋ ਲੱਗਦਾ ਕਿ ਪੰਜਾਬ ਦੇ ਹਸਪੀਟਲ ਜਿਹੜੇ ਆ ਉਹ ਇਸ ਨੂੰ ਕੈਟਰ ਕਰਨ ਲਈ ਸਮਰੱਥ ਹੈਗੇ ਆ, ਅਗਰ ਕੇਸ 1 ਤੋਂ 1.5 ਤੋਂ 2 ਗੁਣਾ ਵੀ ਹੋ ਜਾਂਦੇ ਆ, ਕਿਉਂਕਿ ਪ੍ਰਾਈਵੇਟ ਇਨਫਰਾਸਟ੍ਰਕਚਰ ਪੰਜਾਬ ਦੇ ਵਿੱਚ ਬਾਕੀ ਰਾਜਾਂ ਦੇ ਮੁਕਾਬਲੇ ਬਿਹਤਰ ਹੈਗਾ। ਔਰ ਵੈਂਟੀਲੇਟਰ ਦੀ ਜਿਹੜੀ ਨੰਬਰ ਵੀ ਹੈਗਾ ਉਹ ਵੀ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਨਾਲੋਂ ਬਿਹਤਰ ਹੈ। ਜੀ ਠੀਕ ਹੈ ਸਰ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਡਾਕਟਰ ਬੇਦੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਰ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਰ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕ ਜੋ ਚੀਜ਼ਾਂ ਜਾਣਨੀਆਂ ਚਾਹੁੰਦੇ ਨੇ ਉਹਨਾਂ ਦਾ ਜਵਾਬ ਅਸੀਂ ਲੈ ਸਕੀਏ। ਤੇ ਡਾਕਟਰ ਜੌਹਲ ਜੋ ਜ਼ਿਕਰ ਕਰ ਰਹੇ ਸੀ ਕਿ ਇਸ ਸਮੇਂ ਦੀ ਸਥਿਤੀ ਪੰਜਾਬ ਇਸ ਤਰੀਕੇ ਨਾਲ ਸਮਰੱਥ ਹੈ, ਕਹਿ ਸਕਦੇ ਹੋ ਕਿ ਇਸ ਪੂਰੇ ਚਿੰਤਾ ਵਾਲੇ ਮਾਹੌਲ ਦੇ ਵਿੱਚ ਇੱਕ ਵਧੀਆ ਲਾਈਨ ਹੈਗੀ ਹੈ ਕਿ ਪੰਜਾਬ ਜੇਕਰ 5000 ਦੀ ਜਗ੍ਹਾ 7500 ਜਾਂ 10000 ਵੀ ਰੋਜ਼ ਕੇਸਿਸ ਆਉਣ ਲੱਗ ਗਏ ਤਾਂ ਪੰਜਾਬ ਇਹਨਾਂ ਨੂੰ ਸੰਭਾਲ ਸਕਦਾ ਹੈ। ਇਹ ਡਾਕਟਰ ਜੌਹਲ ਕਹਿ ਰਹੇ ਨੇ। ਉਮੀਦ ਕਰਾਂਗੇ ਕਿ ਨਾ ਇਸ ਤਰੀਕੇ ਦਾ ਹਾਲ ਹੋਵੇ, ਕੇਸ ਘਟਣੀ ਇੱਥੋਂ ਵਧਣ ਨਾ। ਪਰ ਐਂਡ ਦੇ ਵਿੱਚ ਅਪੀਲ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਰਦੇ ਹਾਂ ਕਿ ਤੁਸੀਂ ਆਪਣਾ ਧਿਆਨ ਜ਼ਰੂਰ ਰੱਖੋ। ਸੋਸ਼ਲ ਡਿਸਟੈਂਸਿੰਗ ਤੇ ਮੂੰਹ ਦੇ ਉੱਤੇ ਮਾਸਕ ਜ਼ਰੂਰੀ ਹੈ ਬਹੁਤ ਜ਼ਿਆਦਾ, ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ। ਪ੍ਰਾਈਮ ਟਾਈਮ 'ਚ ਅੱਜ ਦੇ ਲਈ